ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਸੋ ਲੈ ਕੇ ਹਾਜ਼ਰ ਹਾਂ ਜੀ ਅੱਜ ਇਮੀਗ੍ਰੇਸ਼ਨ ਸੰਬੰਧੀ ਤਾਜ਼ਾ ਅਪਡੇਸ਼ਨ। ਸੋ ਜਿਨ੍ਹਾਂ ਨੇ ਵੀ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਅੱਜ ਦਾ ਪ੍ਰੋਗਰਾਮ ਦੇਖੋ। ਕੋਈ ਤੁਹਾਡੀ ਇਸ ਵਕਤ ਕੋਈ ਪ੍ਰੋਸੈਸਿੰਗ ਨੂੰ ਲੈ ਕੇ ਤੁਹਾਡੇ ਮਨਾਂ ਦੇ ਵਿੱਚ ਕੋਈ ਜ਼ਹਿਨ ਦੇ ਵਿੱਚ ਕੋਈ ਸਵਾਲ ਹੈ ਤਾਂ ਸਾਨੂੰ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਸਾਨੂੰ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਅਪਡੇਸ਼ਨ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ। ਬਹੁਤ-ਬਹੁਤ ਸਵਾਗਤ ਹੈ ਸਰ। ਬਹੁਤ ਸ਼ੁਕਰੀਆ ਤਰਨ ਅਤੇ ਸਾਰੇ ਦਰਸ਼ਕਾਂ ਸਤਿ ਸ਼੍ਰੀ ਅਕਾਲ ਸਰ। ਅਸੀਂ ਦੇਖ ਰਹੇ ਹਾਂ ਕਿ ਹਰ ਰੋਜ਼ ਨਵੀਂ ਤੋਂ ਨਵੀਂ ਅਪਡੇਸ਼ਨਸ ਆ ਰਹੀਆਂ ਨੇ ਕਿ ਹੁਣ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਹੌਲੀ ਹੌਲੀ ਇਕਾਨਮੀ ਵੀ ਓਪਨ ਹੋ ਰਹੀ ਹੈ। ਇਮੀਗ੍ਰੇਸ਼ਨ ਸੰਬੰਧੀ ਕੋਈ ਨਵੀਂ ਅਪਡੇਸ਼ਨ ਹੋਵੇ ਇਸ ਵਕਤ ਦਰਸ਼ਕ ਵੀ ਸੁਣਨ ਲਈ ਕਾਫੀ ਬੇਕਰਾਰ ਬੈਠੇ ਨੇ। ਜੀ ਤਰਨ, ਸੋ ਅੱਜ ਤੋਂ ਵਿਜ਼ਿਟਰ ਵੀਜ਼ਾ ਜਾਂ ਸੁਪਰ ਵੀਜ਼ਾ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਲੈਣੀਆਂ ਫਿਰ ਤੋਂ ਦੁਬਾਰੇ ਸ਼ੁਰੂ ਕਰ ਦਿੱਤੀਆਂ ਗਏ ਨੇ। ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਤੇ ਐਪਲੀਕੇਸ਼ਨਸ ਲੈਣ ਤੇ ਰੋਕ ਹੈ ਜਿਹੜੀ ਉਹ ਲੱਗੀ ਹੋਈ ਸੀ। ਸੋ ਅੱਜ 9 ਤਰੀਕ ਨੂੰ ਜੇ ਕਿਸੇ ਨੇ ਵਿਜ਼ਿਟਰ ਵੀਜ਼ਾ ਐਪਲੀਕੇਸ਼ਨ ਜਾਂ ਸੁਪਰ ਵੀਜ਼ਾ ਐਪਲੀਕੇਸ਼ਨ ਕਰਨੀ ਹੈ ਉਹ ਕਰ ਸਕਦੇ ਨੇ, ਪਰ ਇਹ ਸਿਰਫ ਆਨਲਾਈਨ ਐਪਲੀਕੇਸ਼ਨ ਹੀ ਹੋਊਗੀ। ਇਹ ਪੇਪਰ ਐਪਲੀਕੇਸ਼ਨ ਨਹੀਂ ਕਰ ਸਕਦੇ। ਤੇ ਦੂਜਾ ਇਹਦੇ ਨਾਲ ਜਿਹੜੇ ਲੋਕਾਂ ਨੇ ਇਹ ਬੈਨ ਲੱਗਣ ਤੋਂ ਪਹਿਲਾਂ ਐਪਲੀਕੇਸ਼ਨਸ ਕੀਤੀਆਂ ਹੋਈਆਂ ਸੀ, ਕਿਉਂਕਿ ਬਹੁਤ ਸਾਰੇ ਲੋਕ ਸਮਰ ਦੇ ਵਿੱਚ ਉਹ ਕੈਨੇਡਾ ਦੇ ਵਿੱਚ ਟਰੈਵਲ ਕਰਦੇ ਆ ਜੀ। ਸੋ ਕਈਆਂ ਨੇ ਐਪਲੀਕੇਸ਼ਨਸ ਪਹਿਲਾਂ ਲਾਈਆਂ ਹੋਣੀਆਂ ਨੇ। ਸੋ ਜੇ ਕਿਸੇ ਨੇ ਉਹ ਐਪਲੀਕੇਸ਼ਨ ਪਹਿਲਾਂ ਲਾਈ ਹੋਈ ਸੀਗੀ ਤੇ ਉਹਦਾ ਪਰਪਸ ਹੈ ਜਿਹੜਾ ਉਹ ਪ੍ਰੂਵ ਕਰ ਸਕਦਾ ਕਿ ਉਹਦੇ ਜਿਹੜਾ ਹੁਣੇ ਪ੍ਰੋਸੈਸ ਕੀਤੀ ਜਾਵੇ ਅਰਜ਼ੀ, ਇਹੋ ਜਿਹਾ ਕੋਈ ਕਾਰਨ ਹੈਗਾ ਤਾਂ ਉਹਦੀ ਅਰਜ਼ੀ ਨੂੰ ਪਹਿਲਾਂ ਵੀ ਪ੍ਰੋਸੈਸ ਕੀਤਾ ਜਾ ਸਕਦਾ, ਪ੍ਰੋਵਾਈਡਡ ਕਿ ਉਹਦੇ ਕੋਲ ਵੈਲਿਡ ਰੀਜ਼ਨ ਹੋਵੇ ਕਿ ਉਹਦੀ ਅਰਜ਼ੀ ਨੂੰ ਪਹਿਲਾਂ ਕਿਉਂ ਪ੍ਰੋਸੈਸ ਕੀਤਾ ਜਾਵੇ। ਸੋ ਇਹ ਚੰਗੀ ਗੱਲ ਹੈਗੀ ਹੈ। ਹਾਂ, ਸੁਪਰ ਵੀਜ਼ੇ ਦੇ ਉੱਤੇ ਤਾਂ ਨਹੀਂ ਹੋਊਗਾ ਕਿ ਉਹਨੂੰ ਪਹਿਲਾਂ ਪ੍ਰੋਸੈਸ ਕੀਤਾ ਜਾਵੇ, ਉਹ ਤਾਂ ਜੋ ਟਾਈਮਲੀ ਮੈਨਰ 'ਚ ਹੋਊਗਾ। ਹੁਣ ਮੰਨ ਲਓ ਕਿਸੇ ਦਾ ਵਿਆਹ ਹੋਣਾ ਹੈ ਆਉਣ ਵਾਲੇ ਸਮੇਂ ਦੇ ਵਿੱਚੋਂ, ਜਾਂ ਕਿਸੇ ਦੇ ਘਰੇ ਕੋਈ ਪਾਰਟੀ ਹੈਗਾ ਜਾਂ ਬਰਥਡੇ ਹੈਗਾ। ਹੁਣ ਆਪਾਂ ਨੂੰ ਪਤਾ ਕਿ ਆਉਣ ਵਾਲੇ ਫਰਾਈਡੇ ਤੋਂ 10 ਲੋਕਾਂ ਤੋਂ ਵੱਧ ਵੀ ਓਨਟਾਰੀਓ ਦੇ ਵਿੱਚੋਂ ਇਕੱਠੇ ਹੋ ਸਕਣਗੇ ਜੀ। ਸੋ ਉਹਨਾਂ ਕੇਸਿਸ ਦੇ ਵਿੱਚੋਂ ਜੇ ਤੁਸੀਂ ਇਹ ਪ੍ਰੂਵ ਕਰ ਦਿੰਦੇ ਹੋ ਕਿ ਤੁਹਾਡਾ ਪਰਪਸ ਹੈ ਜਿਹੜਾ ਉਹ ਸਪੈਸੀਫਿਕ ਹੈਗਾ, ਡੇਟ ਸਪੈਸੀਫਿਕ ਪਰਪਸ ਹੈਗਾ, ਤਾਂ ਤੁਹਾਡੀ ਜੇ ਅਰਜ਼ੀ ਇਹ ਬੈਨ ਲੱਗਣ ਤੋਂ ਪਹਿਲਾਂ ਲੱਗੀ ਹੋਈ ਹੈ ਤਾਂ ਉਹਨੂੰ ਟਾਈਮਲੀ ਮੈਨਰ 'ਚ ਪਹਿਲਾਂ ਵੀ ਪ੍ਰੋਸੈਸ ਕੀਤਾ ਜਾ ਸਕਦਾ। ਪਰ ਉਹ ਤੋਂ ਇਲਾਵਾ ਜਨਰਲੀ ਸਪੀਕਿੰਗ ਜੇ ਕਿਸੇ ਨੇ ਹੁਣ ਵਿਜ਼ਿਟਰ ਤੌਰ ਤੇ ਆਉਣਾ ਹੈ ਜਾਂ ਕਿਸੇ ਨੇ ਸੁਪਰ ਵੀਜ਼ਾ ਤੌਰ ਤੇ ਆਉਣਾ, ਉਹ ਆਪਣੀ ਐਪਲੀਕੇਸ਼ਨ ਅੱਜ ਤੋਂ ਫਾਈਲ ਕਰ ਸਕਣਗੇ। ਤੇ ਕੰਡੀਸ਼ਨ ਉਹੀ ਪਹਿਲਾਂ ਵਾਲੀਆਂ ਹੀ ਨੇ ਜੀ ਕਿ ਤੁਸੀਂ ਪ੍ਰੂਵ ਕਰਨਾ ਹੈ ਕਿ ਤੁਹਾਡਾ ਪਰਪਸ ਕੀ ਹੈਗਾ, ਤੁਹਾਡੇ ਕੋਲ ਫਾਈਨੈਂਸ਼ੀਅਲ ਐਬਿਲਿਟੀ ਹੈ ਕਿ ਨਹੀਂ, ਤੇ ਤੁਸੀਂ ਕੈਨੇਡਾ ਤੋਂ ਜਿਹੜਾ ਵਾਪਸ ਜਾਓਗੇ। ਸੋ ਉਹਦੇ 'ਚ ਕੋਈ ਵੀ ਛੋਟ ਨਹੀਂ ਦਿੱਤੀ ਗਈ। ਹਾਂ, ਇਹ ਹੈ ਕਿ ਤੁਸੀਂ ਹੁਣ ਅਰਜ਼ੀ ਜਿਹੜੀ ਹੈ ਸਿਰਫ ਆਨਲਾਈਨ ਲਾ ਸਕਦੇ ਜੀ। ਸਰ, ਤੁਸੀਂ ਆਨਲਾਈਨ ਐਪਲੀਕੇਸ਼ਨ ਲਗਾਉਣ ਦੀ ਗੱਲ ਕੀਤੀ ਹੈ, ਜਿਹੜੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੇ ਜਿਨ੍ਹਾਂ ਨੂੰ ਆਲਰੇਡੀ ਸੁਪਰ ਵੀਜ਼ਾ ਇਸ਼ੂ ਹੋਇਆ ਕੀ ਉਹ ਵਿਜ਼ਿਟ ਕਰ ਸਕਦੇ ਨੇ ਜਾਂ ਫਿਰ ਉਹਨਾਂ ਨੂੰ ਵੀ ਕੋਈ ਨਾ ਕੋਈ ਰੀਜ਼ਨ ਜਿਹੜਾ ਉਹ ਦੇਣਾ ਪਏਗਾ ਵਿਜ਼ਿਟ ਕਰਨ ਲਈ? ਜਿਹੜੇ ਪੈਰੈਂਟਸ ਗ੍ਰੈਂਡ ਪੈਰੈਂਟਸ ਹੈਗੇ ਨੇ ਉਹ ਪਹਿਲਾਂ ਹੀ ਐਗਜ਼ੈਂਪਟ ਸੀਗੇ ਕਰਨ। ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨਸ ਹੈਗੀਆਂ ਨੇ ਜਿਹੜੀਆਂ 18 ਮਾਰਚ ਨੂੰ ਲਾਗੂ ਹੋਈਆਂ ਸੀ, ਉਹਨਾਂ 'ਚ ਪੈਰੈਂਟਸ, ਗ੍ਰੈਂਡ ਪੈਰੈਂਟਸ, ਚਿਲਡਰਨ, ਗਾਰਡੀਅਨਸ ਇਹ ਆਲਰੇਡੀ ਐਗਜ਼ੈਂਪਟ ਸੀਗੇ, ਉਹ ਟਰੈਵਲ ਕਰ ਸਕਦੇ ਸੀ। ਇਹਦੇ ਨਾਲ ਅੱਜ ਤੋਂ ਯੂਨਾਈਟਿਡ ਸਟੇਟਸ 'ਚੋਂ ਵੀ ਜੇ ਕਿਸੇ ਪੈਰੈਂਟਸ, ਗ੍ਰੈਂਡ ਪੈਰੈਂਟਸ, ਚਿਲਡਰਨ ਜਾਂ ਗਾਰਡੀਅਨ ਨੇ ਆਉਣਾ ਹੈਗਾ ਤੇ ਨॉन ਡਿਸਕ੍ਰਿਸ਼ਨਰੀ ਪਰਪਸ ਲਈ ਆਉਣਾ ਹੈਗਾ, ਉਹ ਵੀ ਅੱਜ ਤੋਂ ਆ ਸਕਣਗੇ। ਸੋ ਇਹਦੇ ਤੋਂ ਇੱਕ ਹੋਰ ਆਸ ਹੈਗੀ ਹੈ ਕਿ ਸ਼ਾਇਦ 21 ਜੂਨ ਨੂੰ ਜਿਹੜਾ ਕੈਨੇਡਾ ਯੂਨਾਈਟਿਡ ਸਟੇਟਸ ਬਾਰਡਰ ਹੈਗਾ ਉਹ ਵੀ ਸ਼ਾਇਦ 21 ਜੂਨ ਨੂੰ ਖੁੱਲ ਜੇ, ਕਿਉਂਕਿ ਜਿਹੜੀ ਇੱਕ ਐਗਜ਼ੈਂਪਸ਼ਨ ਅੱਜ CBSA ਨੇ ਸ਼ੁਰੂ ਕੀਤੀ ਹੈ ਜੀ। ਸੋ ਇਹ ਤੋਂ ਆਸ ਹੈਗੀ ਹੈ ਕਿ 21 ਤਰੀਕ ਨੂੰ ਜਿਹੜਾ ਕੈਨੇਡਾ ਯੂਨਾਈਟਿਡ ਸਟੇਟਸ ਬਾਰਡਰ ਹੈ ਉਹ ਵੀ ਖੁੱਲ ਜੂਗਾ। ਓਪਨ ਹੋਇਆ ਉਹਦੇ ਬਾਰੇ ਮੈਂ ਤੁਹਾਡੇ ਤੋਂ ਜਾਣਕਾਰੀ ਲਵਾਂਗੀ ਕਿ ਕੌਣ ਆ ਜਾ ਸਕਦਾ ਹੈ, ਪਰ ਇੱਕ ਦਰਸ਼ਕ ਪਹਿਲਾਂ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦੀ ਅਸੀਂ ਕਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸੌਰੀ ਤੁਹਾਨੂੰ ਵੇਟ ਕਰਾਈ। ਹਾਂਜੀ, ਕਿੱਥੋਂ ਬੋਲ ਰਹੇ ਹੋ? ਮੈਂ ਕੈਲਗਰੀ ਤੋਂ ਬੋਲ ਰਿਹਾ ਜੀ ਸਰ। ਮੈਂ ਆਪਣੀ ਮਦਰ ਦਾ ਸੁਪਰ ਵੀਜ਼ਾ ਅਪਲਾਈ ਕਰਨਾ ਸੀ ਤੇ ਮੈਂ ਸੈਲਫ ਅਪਲਾਈ ਹੈ, ਮੈਂ ਤਾਂ ਕੰਮ ਕਰ ਰਿਹਾ। ਤੇ ਮੇਰੀ ਵਾਈਫ ਨੂੰ ਮਾਰਚ 'ਚ ਲੇ ਆਫ ਦਿੱਤਾ ਸੀ ਇਹਨਾਂ ਨੇ ਤੇ ਸ਼ਾਇਦ ਸਤੰਬਰ ਤੋਂ ਬਾਅਦ ਉਹ ਕੰਮ ਕਰੇਗੀ। ਮੇਰੀ ਇਨਕਮ ਰਿਕੁਆਇਰਮੈਂਟ ਤਾਂ ਹੈਗਾ ਸੀ, ਆਪਣੀ ਮਦਰ ਸੁਪਰ ਵੀਜ਼ਾ ਅਪਲਾਈ ਕਰ ਸਕਦੇ ਹਾਂ। ਉਹ ਜਦੋਂ ਆਨਲਾਈਨ ਕਰਦੇ ਆ ਤਾਂ ਉਹ ਪੁੱਛਦੇ ਆ ਕਿ ਪੇ ਸਟੱਬਸ ਲਿਆਓ, ਇੰਪਲੋਇਮੈਂਟ ਉਹਨਾਂ ਦੀ ਪੇ ਸਟੱਬਸ ਲੈ ਕੇ ਆਓ। ਤਾਂ ਸਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਈ, ਮੈਂ ਕਰ ਸਕਦਾ ਜਾਂ ਨਹੀਂ? ਜੀ ਖਹਿਰਾ ਜੀ, ਤੁਹਾਨੂੰ ਸਵਾਲ ਸੁਣ ਗਏ ਜਾਂ ਮੈਂ ਰਿਪੀਟ ਕਰਾਂ? ਜੀ ਜੀ ਬਿਲਕੁਲ। ਆਪਾਂ ਕੁਝ ਪੁੱਛਣਾ ਜਾਂ ਟੀਵੀ ਸਕਰੀਨ ਤੇ ਆਨਸਰ ਦਈਏ? ਨਹੀਂ, ਇਹ ਬਹੁਤ ਜਨਰਲ ਸਵਾਲ ਹੈ ਜੀ। ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ। ਆਪਾਂ ਕੁਝ ਕੁਐਰੀਜ਼ ਆਈਆਂ ਨੇ ਜਿਹੜੀਆਂ ਆਪਾਂ ਇਕੱਠੀਆਂ ਲੈ ਲਈਏ, ਫਿਰ ਆਪਾਂ ਨਾਲ ਸਵਾਲਾਂ ਦੇ ਜਵਾਬ ਦਿੰਦੇ ਹਾਂ। ਹੈਲੋ ਜੀ, ਜ਼ਰੂਰ। ਹੈਲੋ,
ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਕਿੱਥੋਂ ਬੋਲ ਰਹੇ ਹੋ ਮੈਮ? ਹਾਂਜੀ ਮੇਰਾ ਸਵਾਲ ਇਹ ਸੀਗਾ ਕਿ ਮੇਰੀ ਬੇਟੀ ਸਾਡੇ ਨਾਲ, ਅਸੀਂ ਗ੍ਰੀਨ ਕਾਰਡ ਆ ਕੈਲੀਫੋਰਨੀਆ 'ਚ ਰਹਿੰਦੇ ਆ, ਅਮਰੀਕਾ 'ਚ ਜੀ ਤਾਂ ਸਾਡੀ ਬੇਟੀ ਸਾਡੇ ਨਾਲ ਆਈ ਸੀਗੀ, ਮਤਲਬ ਇੰਟਰਨੈਸ਼ਨਲ। ਮੈਮ ਤੁਸੀਂ ਕੈਨੇਡਾ ਇਮੀਗ੍ਰੇਸ਼ਨ ਬਾਰੇ ਪੁੱਛਣਾ ਜਾਂ ਯੂਐਸ ਇਮੀਗ੍ਰੇਸ਼ਨ ਬਾਰੇ? USA ਮੈਮ ਅੱਜ ਕੈਨੇਡਾ ਇਮੀਗ੍ਰੇਸ਼ਨ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਤੁਸੀਂ ਮੰਡੇ ਨੂੰ ਕਾਲ ਕਰਿਓ, ਉਸ ਟਾਈਮ ਅਸੀਂ ਯੂਐਸ ਇਮੀਗ੍ਰੇਸ਼ਨ ਬਾਰੇ ਗੱਲ ਕਰਾਂਗੇ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਜੀ ਸਰ, ਅਸੀਂ ਕੈਲਗਰੀ ਦੀ ਗੱਲ ਕਰ ਰਹੇ ਸੀ, ਜਿਨ੍ਹਾਂ ਦੀ ਕਾਲ ਆਈ ਸੀ ਕਿ ਉਹ ਆਪਣੀ ਮਦਰ ਨੂੰ ਸੁਪਰ ਵੀਜ਼ਾ ਤੇ ਬੁਲਾਉਣਾ ਚਾਹੁੰਦੇ ਨੇ। ਜੀ ਜ਼ਰੂਰ। ਸੋ ਜਿਹੜੀ ਸੁਪਰ ਵੀਜ਼ਾ ਦੀ ਰਿਕੁਆਇਰਮੈਂਟ ਹੈਗੀ ਹੈ ਉਹ ਹੈਗੀ ਹੈ ਤੁਸੀਂ ਲੋ ਇਨਕਮ ਕੱਟ ਆਫ ਮੀਟ ਕਰਨਾ ਹੈਗਾ ਪਿਛਲੇ ਸਾਲ ਦਾ। ਸੋ ਪਿਛਲਾ ਸਾਲ ਹੈ ਜਿਹੜਾ ਉਹ 2019 ਦੀ ਇਨਕਮ ਹੈ ਜਿਹੜੀ ਦੇਖੀ ਜਾਣੀ ਹੈ, ਤੇ ਇਹਦੇ ਵਿੱਚ ਫੈਮਿਲੀ ਮੈਂਬਰਸ ਦਾ ਮੈਟਰ ਨਹੀਂ ਹੈਗਾ, ਹਾਊਸ ਹੋਲਡ ਦੇ ਵਿੱਚ ਉਹ ਕਿੰਨੇ ਲੋਕ ਰਹਿੰਦੇ ਨੇ। ਸੋ ਜਿਹੜਾ ਉਹ ਐਡਰੈਸ ਤੇ ਜਿੰਨੇ ਲੋਕ ਰਹਿੰਦੇ ਨੇ, ਜਿਹੜੇ ਐਡਰੈਸ ਤੇ ਮਾਪਿਓ ਨੇ ਆਉਣਾ ਹੈ, ਉਹਦੇ ਹਿਸਾਬ ਨਾਲ ਲੋ ਇਨਕਮ ਕੱਟ ਆਫ ਹੈ ਜਿਹੜਾ ਉਹ ਗਿਣਿਆ ਜਾਣਾ ਹੈ। ਬਿਲਕੁਲ, ਮੈਂ ਆਪਣੇ ਕਾਲਰ ਨੂੰ ਕਹਾਂਗੀ 1 ਮਿੰਟ ਲਈ ਪਲੀਜ਼ ਹੋਲਡ ਕਰਿਓ। ਜੀ ਸਰ। ਸੋ ਜਿਹੜੀ ਪਿਛਲੇ ਸਾਲ ਦੀ ਇਨਕਮ ਹੈ ਉਹੀ ਇਨਕਮ ਇਨਫ ਹੈਗੀ ਆ ਉਹਨਾਂ ਨੂੰ ਬੁਲਾਉਣ ਲਈ। ਸੋ ਜਿਹੜਾ ਉਹ ਚ ਐਪਰੋਪ੍ਰੀਏਟ ਡਾਕੂਮੈਂਟ ਹੈਗਾ ਉਹ ਨੋਟਿਸ ਆਫ ਅਸੈਸਮੈਂਟ ਹੈਗਾ। ਸੋ ਜਿਹੜਾ ਨੋਟਿਸ ਆਫ ਅਸੈਸਮੈਂਟ ਹੈ, ਜੇ 2019 ਦਾ ਲਾਈਕੋ ਕ੍ਰਾਈਟੇਰੀਆ ਨੂੰ ਮੀਟ ਕਰਦੇ ਹੈਗੇ ਆ ਤਾਂ ਉਹ ਇਨਫ ਹੈਗਾ ਉਹਨਾਂ ਨੂੰ ਸੁਪਰ ਵੀਜ਼ਾ ਅਲਾਉ ਕਰਨ। ਸੋ ਜਿਹੜੀ ਪੇ ਸਟਬਸ ਦੀ ਰਿਕੁਆਇਰਮੈਂਟ ਹੈ ਜਾਂ ਹੋਰ ਚੀਜ਼ਾਂ ਨੇ ਉਹ ਵਿਜ਼ਿਟਰ ਵੀਜ਼ੇ 'ਚ ਤਾਂ ਰਿਕਾਰਡ ਹੋ ਸਕਦੀ ਹੈ, ਪਰ ਜਿਹੜਾ ਸੁਪਰ ਵੀਜ਼ਾ ਹੈ ਇਹ 'ਚ ਜਿਹੜਾ ਸੈਕਸ਼ਨ 133(1)J ਦੇ ਮੁਤਾਬਕ ਜਿਹੜੀ ਡਾਕੂਮੈਂਟ ਹੈ ਉਹ ਹੈਗਾ ਨੋਟਿਸ ਆਫ ਅਸੈਸਮੈਂਟ, ਤੇ ਸੈਕਸ਼ਨ 134 ਦੇ ਵਿੱਚ ਕਲੀਅਰਲੀ ਇੰਡੀਕੇਟਡ ਹੈ ਅ ਡਾਕੂਮੈਂਟ ਇਸ਼ੂਡ ਬਾਈ ਮਿਨਿਸਟਰ ਆਫ ਰੈਵਨਿਊ। ਸੋ ਮਿਨਿਸਟਰ ਆਫ ਰੈਵਨਿਊ ਜਿਹੜਾ ਡਾਕੂਮੈਂਟ ਇਸ਼ੂ ਕਰਦਾ ਉਹ ਆਪਾਂ ਨੂੰ ਪਤਾ ਹੈ ਉਹ ਨੋਟਿਸ ਆਫ ਅਸੈਸਮੈਂਟ ਹੈਗਾ। ਸੋ ਜੇ 2019 ਦੇ ਇਨਕਮ ਮੀਟ ਕਰਦੇ ਆ ਜੀ ਉਹ ਤਾਂ ਵੀ ਉਹਨਾਂ ਦੇ ਪੈਰੈਂਟਸ ਨੂੰ ਸੁਪਰ ਵੀਜ਼ਾ। ਜੀ ਬਿਲਕੁਲ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਕਿੱਥੋਂ ਬੋਲ ਰਹੇ ਹੋ? ਕੈਨੇਡਾ ਬਾਰੇ ਪੁੱਛਣਾ ਜੀ। ਜੀ ਮੈਮ ਦੱਸੋ, ਕੀ ਪੁੱਛਣਾ ਤੁਸੀਂ? ਇੰਡੀਆ ਤੋਂ ਪਿਛਲੇ ਸਾਲ ਮੈਂ ਆਪਣੀ ਭੈਣ ਦਾ ਤੇ ਹੋਈਏ ਦਾ ਭਾਂਜੇ ਦਾ ਭਰਿਆ ਸੀ। ਭਾਂਜੀ ਆ ਮੇਰੀ, ਨਰਸਾਂ ਦਾ ਕੋਰਸ ਕੀਤਾ ਵਾ ਤੇ ਉਹ 2 ਸਾਲ ਵੀ ਲਾਏ ਆ ਉਹਨੇ, ਤੇ ਪਰ ਉਹਨਾਂ ਦਾ ਚੌਹਾਂ ਦਾ ਪਿਛਲੀ ਵਾਰ ਵੀ ਨਹੀਂ ਬਣਿਆਗਾ, 2 ਵਾਰੀ ਲਾਇਆ ਮੈਂ। ਤੇ ਇੱਕ ਮੇਰੀ ਭੈਣ ਆ ਹੋਰ, ਉਹਦਾ ਘਰ ਵਾਲਾ ਹੀ ਹੈ ਨੀਗਾ, ਉਹ ਬੇਟੀ 17 ਸਾਲ ਦੀ 18 ਦੀ, ਉਹਦਾ ਲਾਇਆ 2 ਵਾਰੀ, ਉਹਨਾਂ ਦਾ ਵੀ ਨਹੀਂ ਬਣਿਆ ਪਿੱਛੇ ਅਕਬਰਮ ਤੇ ਜੀ ਦੂਜੇ ਤੇ ਵਿਜ਼ਟਰ ਵੀਜ਼ਾ ਤੇ ਲਾਇਆ ਸੀ ਜੀ। ਹਾਂਜੀ ਵੈਸਟਰ ਤੇ ਲਾਇਆ ਸੀ, ਦੋਹਾਂ ਦਾ ਨਹੀਂ ਬਣਿਆ। ਮੇਰੀ ਫੈਮਿਲੀ ਚ ਕੋਈ ਨਹੀਂ ਜਾਂਦੀ ਆ, ਮੈਂ ਬੋਲੀ ਇਸ ਉੱਥੋਂ। ਤੇ ਮੈਂ ਹੁਣ ਆਪਦਾ ਚਾਹੁੰਦੀ ਹਾਂ ਜੇ ਮੈਂ ਆਪਦੀ ਭਾਣਜੀ ਨੂੰ ਬਣਾਉਣਾ ਹੋਵੇ, 25 ਸਾਲ ਦੀ ਆ, 24-25 ਸਾਲ ਲੱਗਾ ਵਾ, ਨਰਸੋਂ ਦਾ ਕੋਰਸ ਕੀਤਾ ਤੇ ਉਹ 2 ਸਾਲ ਦਾ ਐਕਸਪੀਰੀਅੰਸ ਵੀ ਉਹਦਾ ਹੈਗਾ, ਤੇ ਵੀ ਮੈਂ ਕਿਵੇਂ ਬੁਲਾ ਸਕਦੀ ਉਹਨੂੰ ਹੁਣ? ਜੀ ਉਹਨਾਂ ਦਾ ਆਲਰੇਡੀ ਵਿਜ਼ਟਰ ਵੀਜ਼ਾ ਪਹਿਲਾਂ ਰਿਜੈਕਟ ਹੋ ਚੁੱਕਿਆ ਹੈ। ਹਾਂਜੀ ਉਹ ਮੰਮੀ ਡੈਡੀ ਨਾਲ ਪਹਿਲਾਂ ਮੰਮੀ ਡੈਡੀ ਨਾਲ ਲਾਇਆ ਸੀ, ਉਹ ਵੀ ਹੋ ਗਿਆ, ਫਿਰ ਉਹਨਾਂ ਦੇ ਬੱਚਿਆਂ ਦਾ। ਮੈਮ ਅਸੀਂ ਖਹਿਰਾ ਜੀ ਨੂੰ ਪੁੱਛਦੇ ਹਾਂ। ਜੀ ਮੈਮ ਅਸੀਂ ਖਹਿਰਾ ਜੀ ਨੂੰ ਪੁੱਛਦੇ ਹਾਂ। ਸਰ ਆਪਾਂ ਇਹਨਾਂ ਨੂੰ ਕੁਝ ਪੁੱਛਣਾ ਜਾਂ ਆਪਾਂ ਨਾਰਮਲੀ ਕੋਈ ਦੱਸ ਸਕਦੇ ਹਾਂ? ਹਾਂ ਜੀ ਜਵਾਬ ਦੇ। ਮੈਮ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਇੱਕ ਸਵਾਲ ਸਾਡੇ ਹੋਰ ਦਰਸ਼ਕ ਪੁੱਛਣਾ ਚਾਹੁੰਦੇ ਨੇ, ਉਹਨਾਂ ਦਾ ਵੀ ਅਸੀਂ ਸਵਾਲ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਮੈਮ, ਮੈਂ ਬਰੈਂਪਟਨ ਤੋਂ ਬੋਲ ਰਿਹਾ ਜੀ। ਮੈਮ ਮੇਰੀ ਏਜ 43 ਈਅਰ ਹੈ ਤੇ ਮੇਰੇ ਕੋਲ ਇੱਥੇ ਜੌਬ ਆਫਰ LMIA ਬੇਸ ਮੈਂ ਇੱਥੇ ਆਇਆ ਸੀਗਾ। ਮੇਰੇ ਕੋਲ 1 ਸਾਲ ਦਾ ਐਕਸਪੀਰੀਅੰਸ ਹੋ ਚੁੱਕਾ ਆ, ਬਟ ਮੈਂ ਆਇਲਸ ਨਹੀਂ ਕਰ ਪਾਇਆ ਹਾਲੇ ਤੱਕ, ਤੇ ਹੁਣ ਆਇਲਸ ਸੈਂਟਰ ਬਣ ਗਿਆ ਜੀ। ਤੇ ਪਹਿਲੇ ਮੈਂ ਆਇਲਸ ਦਾ ਆਈਡੀਆ ਡ੍ਰੌਪ ਕਰਤਾ ਸੀ ਬਿਕੋਜ਼ 8777 ਬੈਂਡ ਲੈ ਕੇ ਵੀ ਮੇਰਾ CR ਸਕੋਰ ਪੂਰਾ ਨਹੀਂ ਹੁੰਦਾ ਸੀਗਾ, ਤੇ ਹੁਣ ਸਕੋਰ ਥੋੜਾ ਲੋ ਗਿਆ ਤੇ ਮੇਰਾ 8777 ਨਾਲ ਹੋ ਜਾਂਦਾ, ਬਟ ਆਇਲਸ ਸੈਂਟਰ ਖੁੱਲ ਨਹੀਂ ਰਹੇ। ਤੇ ਇਹਦੇ ਲਈ ਮੈਨੂੰ ਕੀ ਸੋਲੂਸ਼ਨ ਹੈਗਾ, ਕੋਈ ਹੈ ਇਹਦੇ ਲਈ ਸੋਲੂਸ਼ਨ? ਸਰ ਆਇਲਸ ਸੈਂਟਰ ਤੋਂ ਬਿਨਾਂ, ਆਇਲਸ ਤੋਂ ਬਿਨਾਂ ਤੁਸੀਂ ਪੁੱਛ ਰਹੇ ਹੋ ਕਿ ਕੀ ਤੁਸੀਂ ਕਿਵੇਂ ਆਪਣੀ ਫਾਈਲ ਲਗਾ ਸਕਦੇ ਹੋ? ਜੀ ਮਿਸਟਰ ਖਹਿਰਾ, ਆਪਾਂ ਇਹਨਾਂ ਨੂੰ ਕੁਝ ਪੁੱਛਣਾ ਜਾਂ ਸਿੱਧਾ ਆਨਸਰ ਦਈਏ? ਨਹੀਂ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਸਰ ਇਸ ਤੋਂ ਪਹਿਲਾਂ ਮੈਮ ਨੇ ਕਾਲ ਕੀਤੀ ਸੀ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹਾਂਜੀ, ਕੁਐਸਚਨ ਸੀ ਸਿਟੀਜ਼ਨਸ਼ਿਪ ਦਾ ਜੀ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ ਤੁਸੀਂ? ਬਰੈਂਪਟਨ ਤੋਂ ਬੋਲ ਰਹੇ ਜੀ ਸਰ, ਦੱਸੋ ਕੀ ਪੁੱਛਣਾ ਸਿਟੀਜ਼ਨਸ਼ਿਪ ਬਾਰੇ? ਬੇਟੇ ਦਾ ਅਪਲਾਈ ਕੀਤਾ ਸੀ, ਅੰਡਰ 18 ਸੀ, ਤੋਂ 2.5 ਸਾਲ ਹੋ ਚੱਲੇ ਜੀ, 2.5 ਇਅਰਸ ਹੋ ਗਏ ਹੈ ਨਾ ਜੀ, ਹਾਲੇ ਤੱਕ ਹੋਇਆ ਨਹੀਂ ਹੈਗਾ। ਤੇ ਉਹਨਾਂ ਦੇ ਫਿੰਗਰਪ੍ਰਿੰਟ ਵੀ ਮੰਗ ਲਏ ਸੀ, ਉਹਨਾਂ ਨੇ ਫਿੰਗਰਪ੍ਰਿੰਟ ਵੀ ਅਸੀਂ ਕਰਵਾ ਕੇ ਆਲਮੋਸਟ ਸਾਲ ਹੋ ਚੱਲਿਆ, ਪਿਛਲੇ ਜੂਨ ਦੇ ਕਰਾਏ ਹੋਏ ਫਿੰਗਰਪ੍ਰਿੰਟ ਜੀ।
ਤੇ ਹੁਣ ਤੱਕ ਮਤਲਬ ਐਵਰੀ ਟਾਈਮ ਉਹਨਾਂ ਨੂੰ ਪੁੱਛਦੇ ਆ ਇਨ ਪ੍ਰੋਸੈਸ ਕਹਿੰਦੇ ਨੇ, ਫਾਈਲ ਇਨ ਪ੍ਰੋਸੈਸ ਹੈ। ਜੀ ਜੀ ਸਰ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਜੀ ਜੀ ਤੁਸੀਂ ਬਿਲਕੁਲ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਜੀ ਸਰ ਅਸੀਂ ਪਹਿਲਾਂ ਜਿਹੜਾ ਇੰਡੀਆ ਤੋਂ ਮੈਮ ਨੇ ਕਾਲ ਕੀਤੀ ਸੀ ਕਿ ਉਹ ਆਪਣੀ ਭਾਣਜੀ ਨੂੰ ਬੁਲਾਉਣਾ ਚਾਹੁੰਦੇ ਨੇ ਜਿਨ੍ਹਾਂ ਨੇ ਨਰਸਿੰਗ ਕੀਤੀ ਹੋਈ ਜੀ ਹੈ। ਬਿਲਕੁਲ ਸੋ ਉਹਨਾਂ ਦੇ ਜਿਹੜੇ ਵਿਜ਼ਿਟਰ ਵੀਜ਼ਾ ਪਹਿਲਾਂ ਰਿਫਿਊਜ਼ ਹੋਏ ਨੇ, ਉਹਨਾਂ ਨੇ ਕਾਫੀ ਫੈਮਿਲੀ ਮੈਂਬਰਸ ਲਈ ਕੋਸ਼ਿਸ਼ ਕੀਤੀ ਹੈਗੀ ਹੈ ਜੀ। ਬਹੁਤ ਆਮ ਗੱਲ ਹੈਗੀ ਹੈ ਕਿ ਲੋਕ ਸੋਚਦੇ ਨੇ ਕਿ ਅਸੀਂ ਕਿਸੇ ਨੂੰ ਸੱਦਾ ਦੇ ਰਹੇ ਹਾਂ ਤੇ ਉਹ ਤੋਂ ਬਾਅਦ ਉਹਨਾਂ ਨੂੰ ਆਉਣ ਦਿੱਤਾ ਜਾਊਗਾ। ਜਿਹੜੀ ਸੱਦੇ ਦੀ ਵੈਲਿਊ ਹੈਗੀ ਹੈ ਤਰਨ, ਉਹ ਕੋਈ ਬਹੁਤ ਹੀ ਜ਼ਿਆਦਾ ਨਹੀਂ ਹੈਗੀ ਹੈ ਵਿਜ਼ਿਟਰ ਵੀਜ਼ਾ ਐਪਲੀਕੇਸ਼ਨ ਦੇ ਵਿੱਚੋਂ। ਜਿਹੜਾ ਸੈਕਸ਼ਨ 179 ਹੈਗਾ ਜੀ, ਉਹ ਕਲੀਅਰਲੀ ਇੰਡੀਕੇਟ ਕਰਦਾ ਕਿ ਜਿਹੜਾ ਵਿਜ਼ਿਟਰ ਹੈਗਾ ਜਿਹਨੇ ਆਉਣਾ ਹੈ ਉਹਦੇ ਬਾਰੇ ਵਿਚਾਰ ਕੀਤੀ ਜਾਣੀ ਹੈ। ਸੋ ਉਹਦੇ ਬਾਰੇ ਵਿਚਾਰ ਪਹਿਲਾਂ ਇਹੀ ਹੈ ਕਿ ਉਹ ਕਿਸ ਪਰਪਸ ਲਈ ਆ ਰਿਹਾ ਹੈ, ਦੂਜਾ ਉਹਦੀ ਫਾਈਨੈਂਸ਼ੀਅਲ ਐਬਿਲਿਟੀ ਕੀ ਹੈ, ਕਿ ਉਹ ਟ੍ਰਿਪ ਨੂੰ ਫੁੱਲਫਿਲ ਕਰਨ ਲਈ ਉਹਦੇ ਕੋਲ ਇਹਨਾਂ ਫਾਈਨੈਂਸ਼ੀਅਲ ਸੋਰਸਿਸ ਹੈਗੇ ਨੇ, ਤੇ ਤੀਜਾ ਕਿ ਉਹ ਵਾਪਸ ਜਾਊਗਾ ਕਿ ਨਹੀਂ ਜਾਊਗਾ। ਸੋ ਇੱਥੋਂ ਤੱਕ ਸਿਰਫ ਉਹ ਸੱਦਾ ਹੀ ਭੇਜ ਰਹੇ ਨੇ। ਸੋ ਇੱਕ ਵਾਰੀ ਆਇਆ, ਦੋ ਵਾਰੀ ਲਾਇਆ, ਜਿੰਨੀ ਵਾਰੀ ਵੀ ਲਾਉਣਗੇ ਉਹ ਰਿਫਿਊਜ਼ ਹੋ ਜੂ। ਉਹਨੂੰ ਰੇਜ਼ ਜੂਡੀਕਾਟ ਆਖਿਆ ਜਾਂਦਾ। ਉਹਦਾ ਮਤਲਬ ਹੈ ਇੱਕ ਫੈਸਲੇ ਤੇ ਫਿਰ ਕਿਉਂ ਫੈਸਲਾ ਕੀਤਾ ਜਾਵੇ ਜੇ ਬੰਦਾ ਵੀ ਉਹੀ ਹੈ, ਤੱਥ ਵੀ ਉਹੀ ਹੈ ਤੇ ਸਬੂਤ ਵੀ ਉਹੀ ਹੈ। ਸੋ ਪਹਿਲਾਂ ਤਾਂ ਜਾਣਿਆ ਜਾਵੇ ਉਹਨੂੰ ਰਿਫਿਊਜ਼ ਕਿਉਂ ਕੀਤਾ ਹੈਗਾ, ਉਸ ਤੋਂ ਬਾਅਦ ਉਹਦਾ ਹੱਲ ਵੱਲ ਨੂੰ ਚੱਲਿਆ ਜਾਵੇ ਜੀ। ਤੇ ਦੂਜਾ ਉਹਨਾਂ ਨੇ ਆਖਿਆ ਕਿ ਮੇਰੀ ਭਾਣਜੀ ਹੈ ਤੇ ਉਹਨੇ ਨਰਸਿੰਗ ਪੜ੍ਹਾਈ ਕੀਤੀ ਹੈ, 2 ਸਾਲ ਦਾ ਐਕਸਪੀਰੀਅੰਸ ਹੈਗਾ। ਜੇ ਇਹ ਐਲਡਰਲੀ ਹੈਗੇ ਨੇ ਜੀ, ਇਹ 65 ਸਾਲ ਤੋਂ ਵੱਡੇ ਨੇ, ਤਾਂ ਉਹਨੂੰ ਕੇਅਰ ਗਿਵਰ ਦੇ ਤੌਰ ਤੇ ਬੁਲਾ ਸਕਦੇ ਹੈਗੇ ਆ, ਪ੍ਰੋਵਾਈਡਡ ਹੈ ਕਿ ਇਹਨਾਂ ਕੋਲੇ ਇਹਨਾਂ ਫਾਈਨੈਂਸ਼ੀਅਲ ਰਿਸੋਰਸਿਸ ਹੋਣ। ਉਹ ਤੋਂ ਬਾਅਦ ਉਹ 2 ਸਾਲ ਇਹਨਾਂ ਨਾਲ ਕੰਮ ਕਰਕੇ ਪਰਮਨੈਂਟ ਰੈਜ਼ੀਡੈਂਸ ਉਹਨੂੰ ਮਿਲ ਜੂਗੀ ਜੀ। ਜੇ ਉਹਨੇ ਨਰਸਿੰਗ ਦੀ ਪੜ੍ਹਾਈ ਕੀਤੀ ਹੈ ਤੇ ਉਹਦਾ 2 ਸਾਲ ਦਾ ਐਕਸਪੀਰੀਅੰਸ ਹੈ। ਉਸ ਤੋਂ ਇਲਾਵਾ ਜੇ ਉਹਨੇ ਨਰਸਿੰਗ ਦੀ ਪੜ੍ਹਾਈ ਕੀਤੀ ਹੈ ਤੇ ਜੇ ਉਹਦੇ ਅੰਗਰੇਜ਼ੀ 'ਚੋਂ ਵਧੀਆ ਨੰਬਰ ਨੇ, ਤਾਂ ਉਹ ਫੈਡਰਲ ਸਕਿਲਡ ਵਰਕਰ ਲਈ ਵੀ ਅਪਲਾਈ ਕਰ ਸਕਦੀ ਹੈ। ਪਰ ਉਹ ਉਹਨਾਂ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਇਹ ਆਪਾਂ ਨੂੰ ਵਿਚਾਰ ਕਰਨਾ ਪੈਣਾ ਹੈਗਾ ਜੀ। ਜੀ ਬਿਲਕੁਲ। ਤੇ ਦੂਜਾ ਜਿਹੜਾ ਸਵਾਲ ਸੀਗਾ ਉਹ IELTS ਤੋਂ ਬਿਨਾਂ ਕੀ ਕਰ ਸਕਦੇ ਨੇ। ਸੋ ਜਿਹੜਾ ਸੈਕਸ਼ਨ 25 ਹੈ ਜੀ, ਉਹ ਐਗਜ਼ੈਂਪਟ ਕਰਦਾ ਤੁਹਾਨੂੰ ਉਹਨਾਂ ਕੰਡੀਸ਼ਨਸ ਤੋਂ ਜਿਹੜੀਆਂ ਪਰਮਾਨੈਂਟ ਰੈਜ਼ੀਡੈਂਸ ਦੇ ਲਈ ਰਿਕੁਆਇਰਡ ਨੇ ਬੇਸਡ ਔਨ ਹਿਊਮੈਨਿਟੇਰੀਅਨ ਕੰਪੈਸ਼ਨੇਟ ਗਰਾਊਂਡਸ। ਸੋ ਸੈਕਸ਼ਨ 25 ਦਾ ਜਿਹੜਾ ਅਧਿਕਾਰ ਹੈ ਉਹ ਉਹਨਾਂ ਲੋਕਾਂ ਲਈ ਹੈ ਜਿਹੜੇ ਲੋਕ ਜੋ ਪਰਮਾਨੈਂਟ ਰੈਜ਼ੀਡੈਂਸ ਲਈ ਕੰਡੀਸ਼ਨ ਹੈ, ਜਿਵੇਂ ਆਪਾਂ ਨੂੰ ਪਤਾ ਕਿ ਅੰਗਰੇਜ਼ੀ ਟੈਸਟ ਦੇਣਾ ਵੀ ਜ਼ਰੂਰੀ ਹੈਗਾ। ਸੋ ਇੱਕ ਕੰਡੀਸ਼ਨ ਹੈ ਪਰਮਾਨੈਂਟ ਰੈਜ਼ੀਡੈਂਸ ਲਈ ਆਉਣ ਲਈ, ਤਾਂ ਉਹਨਾਂ ਨੂੰ ਐਗਜ਼ੈਂਪਟ ਕਰਦਾ ਜੇ ਇਹਨਾਂ ਹਿਊਮੈਨਿਟੇਰੀਅਨ ਕੰਪੈਸ਼ਨੇਟ ਕੰਸੀਡਰੇਸ਼ਨਸ ਹੋਣ। ਸੋ ਉਹ ਇਹੋ ਜਿਹਾ ਕੋਈ ਕੰਮ ਕਰਦੇ ਆ ਜਿਹਦਾ ਇੰਪਲੋਇਰ ਕੋਲੇ ਕੋਈ ਚੇਂਜ ਨਹੀਂ ਹੈਗਾ। ਇਹਦਾ ਮਤਲਬ ਕੋਈ ਹੋਰ ਉਹ ਕੰਮ ਨਹੀਂ ਕਰ ਸਕਦਾ ਹੈਗਾ, ਇਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ। ਇਹ ਇਹੀ ਜਿਹੀ ਕੋਈ ਨੌਕਰੀ ਕਰਦੇ ਨੇ ਜਿਹਦੇ ਕਰਕੇ ਹੋਰ 5 ਜਾਂ 6 ਨੌਕਰੀਆਂ ਜਾ ਸਕਦੀਆਂ ਨੇ ਜੇ ਇਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਟ ਨਹੀਂ ਕੀਤਾ ਜਾ ਸਕਦਾ। ਇਹ ਕਿਸੇ ਇਹੋ ਜਿਹੇ ਸੈਕਟਰ 'ਚ ਕੰਮ ਕਰ ਸਕਦੇ ਨੇ ਜਿੱਥੇ ਰਿਪਲੇਸ ਨਹੀਂ ਕੀਤੇ ਜਾ ਸਕਦੇ, ਤਾਂ ਫਿਰ ਇਹ ਉਹਨਾਂ ਦਾ ਇੰਪਲੋਇਰ ਹੈ ਜਿਹੜਾ ਉਹ ਇਹ ਸਾਰੀਆਂ ਚੀਜ਼ਾਂ ਉਹਨਾਂ ਬਾਰੇ ਦੱਸ ਸਕਦਾ ਹੈ ਤੇ ਉਹ ਇੱਕ ਐਗਜ਼ੈਂਪਸ਼ਨ ਲਈ ਐਪਲੀਕੇਸ਼ਨ ਜਿਹੜੀ ਕਰ ਸਕਦੇ ਨੇ, ਤਾਂ ਉਹ ਬਿਨਾਂ ਅੰਗਰੇਜ਼ੀ ਟੈਸਟ ਤੋਂ ਵੀ ਪਰਮਾਨੈਂਟ ਹੋ ਸਕਦੇ ਨੇ, ਪ੍ਰੋਵਾਈਡਡ ਕਿ ਉਹ ਇਹ ਸਾਰੀਆਂ ਜੋ ਕੰਪੈਸ਼ਨ ਦੀਆਂ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰਦੇ ਹੋਣ ਜੀ ਬਿਲਕੁਲ। ਇਸ ਤੋਂ ਪਹਿਲਾਂ ਅਸੀਂ ਨੈਕਸਟ ਕੁਐਸਚਨ ਦਾ ਸਵਾਲ ਦਈਏ ਸਿਟੀਜ਼ਨਸ਼ਿਪ ਵਾਲਿਆਂ ਦਾ, ਤੇ ਪਹਿਲਾਂ ਇੱਕ ਦਰਸ਼ਕ ਹੋਰ ਜੁੜ ਗਏ ਨੇ, ਉਹਨਾਂ ਦੀ ਅਸੀਂ ਕਾਲ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਜੀ ਮੈਂ ਐਡਮਿਟਰ ਤੋਂ ਬੋਲ ਰਿਹਾ ਜੀ। ਜੀ ਸਰ ਦੱਸੋ ਕੀ ਪੁੱਛਣਾ? ਜੀ ਮੈਂ ਪੁੱਛਣਾ ਸੀ ਜਿੱਦਾਂ ਜੀ ਆਪਾਂ ਫੈਡਰਲ ਅਪਲਾਈ ਕੀਤੀ ਸੀ, ਫਾਈਲ ਨੰਬਰ ਆਉਂਦੇ ਕਿੰਨਾ ਟਾਈਮ ਲੱਗ ਜਾਂਦਾ ਜੀ? ਫੈਡਰਲ ਅਪਲਾਈ ਕੀਤੀ ਹੈ, ਕਾਹਦੇ ਲਈ ਤੁਸੀਂ ਪੁੱਛ ਰਹੇ ਹੋ ਟਾਈਮਿੰਗ? ਮੈਂ PR ਦੀ ਫੈਡਰਲ ਅਪਲਾਈ ਕੀਤੀ ਸੀ, ਫਾਈਲ ਨੰਬਰ ਪੁੱਛਣਾ ਸੀ ਕਿੰਨੇ ਟਾਈਮ ਤੱਕ ਆ ਜਾਂਦਾ ਫਾਈਲ ਨੰਬਰ ਜਿਹੜਾ? ਜੀ ਫਾਈਲ ਨੰਬਰ ਦੀ ਸਰ ਟਾਈਮਿੰਗ ਪੁੱਛ ਰਹੇ ਨੇ, ਕਦੋਂ ਤੱਕ ਆ ਜਾਂਦਾ ਹੁੰਦਾ ਫੈਡਰਲ ਲਈ ਅਪਲਾਈ ਕੀਤਾ ਹੋਇਆ ਇਹਨਾਂ ਨੇ PR ਦੇ ਲਈ। ਆਪਾਂ ਕੁਝ ਪੁੱਛਣਾ ਜਾਂ ਟੀਵੀ ਸਕਰੀਨ ਤੇ ਆਨਸਰ ਦਈਏ? ਨਹੀਂ, ਆਨਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਸਰੀ ਤੋਂ ਗੱਲ ਕਰਦਾ ਜੀ। ਜੀ ਦੱਸੋ ਕੀ ਪੁੱਛਣਾ? ਮੈਂ ਇਸ ਟਾਈਮ ਜੀ ਇੱਥੇ ਫਾਰਮ ਵਰਕਰ ਤੇ ਆ, ਮੇਰੇ ਕੋਲ ਫਾਰਮ ਵਰਕਰ ਦਾ ਵਰਕ ਪਰਮਿਟ ਆ ਤੇ ਉਹਦੇ ਵਿੱਚ PR ਨਹੀਂ ਹੈਗੀ, ਤੇ ਮੈਨੂੰ ਨਾ ਅੱਗੇ ਨਿਊ ਬ੍ਰੰਸਵਿਕ ਦੇ ਵਿੱਚ ਇੱਕ LMI ਮਿਲਦੀ ਫਾਰਮ ਵਰਕਰ ਦੀ। ਤੇ ਮੈਂ ਸਰ ਨੂੰ ਇਹ ਪੁੱਛਣਾ ਕਿ ਉੱਥੇ ਫਾਰਮ ਵਰਕਰ ਨੌਕਰੀ ਦੇ ਵਿੱਚ ਅਸੀਂ PNP ਐਲੀਜੀਬਲ ਹੈਗੇ ਆ ਜਾਂ ਨਹੀਂ? ਤੇ ਉੱਥੇ ਫਾਰਮ ਵਰਕਰ ਬੈਨ ਕਰਤੇ ਸੀ ਤੇ ਇਹ ਕੇਸ ਵਾਲਿਆ ਕਿ ਉੱਥੇ ਉਹਨਾਂ ਨੇ ਹੁਣ ਓਪਨ ਕਰਤਾ ਜਾਂ ਨਹੀਂ? ਜੀ ਖੈਰਾ ਜੀ, ਤੁਸੀਂ ਕੁਝ ਪੁੱਛਣਾ ਜਾਂ ਆਨਸਰ ਦਈਏ ਆਪਾਂ? ਨਹੀਂ, ਆਨਸਰ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੇ ਜਿਹੜੇ ਇੱਕ ਦਰਸ਼ਕ ਹੋਰ ਜੁੜ ਗਏ ਨੇ, ਅਸੀਂ ਲਾਸਟ ਕਾਲ ਲੈ ਰਹੇ ਹਾਂ। ਕੁਝ ਸਮੇਂ ਲਈ ਕਾਲਸ ਅਸੀਂ ਹੋਲਡ ਕਰਾਂਗੇ ਤਾਂ ਕਿ ਸਵਾਲਾਂ ਦੇ ਜਵਾਬ ਦੇ ਦਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਿੱਥੋਂ ਬੋਲ ਰਹੇ ਹੋ ਮੈਮ? ਸਰ ਮੈਮ ਮੈਂ ਅਮਨਦੀਪ ਬੋਲ ਰਹੀ ਹਾਂ ਜੀ ਵਿਨੀਪੈਗ ਤੋਂ। ਜੀ ਅਮਨ, ਕੀ ਪੁੱਛਣਾ ਤੁਸੀਂ?
ਹਾਂਜੀ ਮੈਮ, ਮੈਂ ਇਹ ਗੱਲ ਕਰਨੀ ਸੀ ਵੀ ਜਿਨ੍ਹਾਂ ਕੋਲ ਆਲਰੇਡੀ ਸੁਪਰ ਵੀਜ਼ਾ ਹੈਗਾ ਪੇਰੈਂਟਸ ਦੇ ਕੋਲ, ਤੇ ਮੇਰੇ ਫਾਦਰ ਸਾਹਿਬ ਹੈ ਉਹ ਇੰਡੀਆ ਫਸ ਚੁੱਕੇ ਨੇ, ਤੇ ਕੀ ਉਹ ਇਸ ਟਾਈਮ ਟਰੈਵਲ ਕਰ ਸਕਦੇ ਆ ਕੈਨੇਡਾ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਸਰ। ਆਪਾਂ ਇਹਨਾਂ ਨੂੰ ਕੁਝ ਹੋਰ ਤਾਂ ਨਹੀਂ ਪੁੱਛਣਾ? ਨਹੀਂ ਹਾਂਜੀ, ਮੈਂ ਸਿਰਫ ਇਹ ਕਨਫਰਮ ਕਰਨਾ ਸੀ ਕਿਉਂਕਿ ਮੇਰੇ ਕੋਲ ਵੀ ਪੀਆਰ ਆ, ਮੇਰੇ ਬ੍ਰਦਰ ਕੋਲ ਵੀ ਪੀਆਰ ਆ, ਤੇ ਮੇਰੇ ਮਦਰ ਆ ਉਹ ਸੁਪਰ ਵੀਜ਼ਾ ਤੇ ਨੇ, ਉਹ ਆਲਰੇਡੀ ਸਾਡੇ ਕੋਲ ਆ ਗਏ ਸੀ ਮਾਰਚ ਦੇ ਵਿੱਚ। ਜੀ ਮੈਮ, ਤੁਸੀਂ ਟੀਵੀ ਸਕਰੀਨ ਤੇ ਫਾਦਰ ਨੇ ਉਹ ਇੰਡੀਆ ਨੇ, ਮੈਂ ਇਹ ਕਨਫਰਮ ਕਰਨਾ ਕਿ ਉਹ ਟਰੈਵਲ ਕਰ ਸਕਦੇ ਇਸ ਟਾਈਮ ਸਾਡੇ ਕੋਲ ਆ ਸਕਦੇ ਆ ਇੱਥੇ, ਕਿਉਂਕਿ ਉਹ ਇਕੱਲੇ ਰਹਿ ਗਏ ਉੱਥੇ। ਜੀ ਮੈਮ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਵੈਸੇ ਪ੍ਰੋਗਰਾਮ ਦੀ ਸਟਾਰਟਿੰਗ ਵਿੱਚ ਵੀ ਅਸੀਂ ਇਹ ਡਿਸਕਸ ਕਰ ਲਿਆ ਸੀ, ਪਰ ਤੁਸੀਂ ਦੁਬਾਰਾ ਟੀਵੀ ਸਕਰੀਨ ਤੇ ਸੁਣ ਸਕਦੇ ਹੋ ਆਨਸਰ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਹਾਂਜੀ, ਥੈਂਕ ਯੂ ਸਰ, ਥੈਂਕ ਯੂ ਜੀ ਸਰ, ਇਸ ਤੋਂ ਪਹਿਲਾਂ ਸਰ ਦੀ ਕਾਲ ਆਈ ਸੀ ਸਿਟੀਜ਼ਨਸ਼ਿਪ ਨੂੰ ਲੈ ਕੇ। ਉਹ ਕਹਿ ਰਹੇ ਸੀ ਕਿ ਅੰਡਰ 18 ਉਹਨਾਂ ਦੀ। ਜੀ ਜ਼ਰੂਰ। ਤਰਨ, ਜਿਵੇਂ ਉਹਨਾਂ ਦੇ ਫਿੰਗਰਪ੍ਰਿੰਟ ਮੰਗੇ ਗਏ ਆ ਤਾਂ ਮੋਰ ਦੈਨ ਲਾਈਕਲੀ ਹੈ ਜਿਹੜਾ ਉਹਨਾਂ ਦਾ ਨਾਂ ਹੈ ਜਿਹੜਾ ਉਹ ਕਿਸੇ ਹੋਰ ਨਾਂ ਦੇ ਨਾਲ ਰਲਦਾ, ਤੇ ਡੇਟ ਆਫ ਬਰਥ ਵੀ ਕਿਸੇ ਹੋਰ ਦੇ ਨਾਂ ਦੇ ਨਾਲ ਰਲਦਾ ਹੈਗਾ। ਆਮ ਤੌਰ ਤੇ ਜਿੱਥੇ ਕਾਮਨ ਲਾਸਟ ਨੇਮ ਹੈਗਾ, ਜਿਵੇਂ ਸਿੰਘ ਹੈਗਾ, ਇਹ ਬਹੁਤ ਕਾਮਨ ਲਾਸਟ ਨੇਮ ਹੈਗਾ। ਸੋ ਜੇ ਤੁਸੀਂ ਕੋਈ ਹੋਰ ਲਾਸਟ ਨੇਮ ਨਹੀਂ ਯੂਜ਼ ਕਰਦੇ, ਸਿੰਘ ਲਾਸਟ ਨੇਮ ਯੂਜ਼ ਕਰਦੇ ਹੋ, ਤਾਂ ਬਹੁਤ ਕਾਮਨ ਲਾਸਟ ਨੇਮ ਹੋ ਜਾਂਦਾ ਹੈ। ਤੇ ਇਹਦੇ ਨਾਲ 1 ਤਰੀਕ ਨੂੰ 2 ਸਿੰਘ ਵੀ ਜਿਹੜੇ ਬੌਰਨ ਹੋਏ ਹੋ ਸਕਦੇ ਨੇ। ਸੋ ਉਸ ਕਰਕੇ ਉਹਨਾਂ ਦੇ ਐਪਲੀਕੇਸ਼ਨ 'ਚ ਇਹ ਡਿਲੇ ਜਿਹੜੀ ਆ ਰਹੀ ਹੈ ਸਿਕਿਉਰਿਟੀ ਕਲੀਅਰੈਂਸ ਕਰਕੇ। ਪਰ ਉਹਦਾ ਜਿਹੜਾ ਬੈਸਟ ਹੱਲ ਹੈਗਾ ਉਹ ਹੱਲ ਹੈਗਾ ਕਿ ਫੁੱਲ ਡਿਸਕਲੋਜ਼ਰ ਹੈ ਜਿਹੜਾ ਉਹ ਡਿਮਾਂਡ ਕੀਤਾ ਜਾਵੇ। ਤੇ ਜੇ ਕੋਈ ਇਹੋ ਜਿਹਾ ਮੁੱਦਾ ਸਾਹਮਣੇ ਆਉਂਦਾ ਹੈ ਜਿੱਥੇ ਉਹਨਾਂ ਦਾ ਨਾਂ ਜਾਂ ਡੇਟ ਆਫ ਬਰਥ ਕਿਸੇ ਹੋਰ ਨਾਲ ਰਲਦੀ ਹੈਗੀ ਹੈ, ਤਾਂ ਉਹਨੂੰ ਉਸ ਤਰੀਕੇ ਨਾਲ ਹੱਲ ਕਰਕੇ ਤੇ ਉਹਦੀ ਕਲੀਅਰੈਂਸ ਹੈ ਜਿਹੜੀ ਉਹ ਲਈ ਜਾਵੇ। ਤੇ ਜੇ ਇੱਦਾਂ ਹੀ ਕਈ ਵਾਰੀ ਮੈਂ ਦੇਖਿਆ ਕਿੰਨੇ ਸਾਲ ਇਹ ਮਾਮਲੇ ਲਟਕਦੇ ਰਹਿੰਦੇ ਆ, ਜਿੱਥੇ ਉਹਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਉਹਨੂੰ ਕਿਉਂ ਉਹਦੇ ਤੇ ਰੋਕ ਲੱਗੀ ਹੈ ਪ੍ਰੋਸੈਸਿੰਗ ਦੇ ਉੱਤੇ, ਕਿਉਂ ਉਹਨੂੰ ਫਰਦਰ ਪ੍ਰੋਸੀਡ ਨਹੀਂ ਕੀਤਾ ਜਾ ਸਕਦਾ ਹੈਗਾ। ਕਿਉਂਕਿ ਕਈ ਸਰਕਮਸਟੈਂਸਿਸ ਇਹੋ ਜਿਹੇ ਹੁੰਦੀਆਂ ਨੇ ਜਿੱਥੇ ਸੀਸਿਸ ਹੈ ਜਿਹੜਾ ਕੈਨੇਡਾ ਦੀ ਸਪਾਈ ਏਜੰਸੀ ਹੈ, ਉਹਨਾਂ ਤੋਂ ਕਲੀਅਰੈਂਸ ਵੀ ਲੈਣਾ ਹੁੰਦਾ, ਤੇ ਜੇ ਉੱਥੇ ਕਿਸੇ ਨਾਲ ਨਾਂ ਜਾਂ ਡੇਟ ਆਫ ਬਰਥ ਰਲਦਾ ਹੋਵੇ ਤਾਂ ਹੋਰ ਵੀ ਡਿਲੇ ਹੋ ਜਾਂਦਾ ਹੈ। ਪਰ ਉਹਦਾ ਬੈਸਟ ਆਨਸਰ ਹੈ ਕਿ ਪਹਿਲਾਂ ਫੁੱਲ ਡਿਸਕਲੋਜ਼ਰ ਡਿਮਾਂਡ ਕੀਤਾ ਜਾਵੇ, ਉਸ ਤੋਂ ਪਤਾ ਚੱਲੂਗਾ ਕਿ ਕਿਉਂ ਇਸ ਫਾਈਲ ਦੇ ਉੱਤੇ ਦੇਰੀ ਹੋ ਰਹੀ ਹੈ, ਤੇ ਫਿਰ ਉਸੇ ਤਰੀਕੇ ਨਾਲ ਉਹਦੇ ਹੱਲ ਵੱਲ ਨੂੰ ਚਲਿਆ ਜਾਵੇ। ਸੋ ਮੈਂ ਕਾਲਰ ਨੂੰ ਕਹੂੰਗਾ ਸਾਡੇ ਆਫਿਸ ਕਾਲ ਕਰ ਲੈਣ ਜੀ, ਤੇ ਅੱਗੇ ਉਹਨਾਂ ਦੀ ਮਦਦ ਹੈ ਜਿਹੜੀ ਉਹ ਕੀਤੀ ਜਾ ਸਕਦੀ ਹੈ। ਇਹ ਤੋਂ ਬਾਅਦ ਸਵਾਲ ਸੀਗਾ ਕਿ ਫਾਈਲ ਨੰਬਰ ਆਉਣ ਨੂੰ ਕਿੰਨਾ ਟਾਈਮ ਲੱਗਦਾ ਹੈ ਜੀ, ਉਹਨਾਂ ਨੇ ਫੈਡਰਲ ਐਪਲੀਕੇਸ਼ਨ ਕੀਤੀ ਹੈ। ਸੋ ਇਹਦੇ ਤੇ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਕਿ ਇੰਨੇ ਸਮੇਂ ਦੇ ਵਿੱਚੋਂ ਉਹ ਆ ਜਾਊਗਾ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਹ ਚੈੱਕ ਕਰਨਾ ਚਾਹੀਦਾ ਕਿ ਉਹ ਫਾਈਲ ਜਿਹੜੀ ਡਿਲੀਵਰ ਹੋਈ ਹੈ ਜੀ ਕਿ ਨਹੀਂ ਹੋਈ ਹੈਗੀ ਆ। ਸੋ ਜੇ ਤਾਂ ਉਹ ਆਨਲਾਈਨ ਐਪਲੀਕੇਸ਼ਨ ਕੀਤੀ ਸੀ ਤਾਂ ਉਹਦਾ ਕਨਫਰਮੇਸ਼ਨ ਉਹਨਾਂ ਕੋਲ ਹੋਣਾ ਚਾਹੀਦਾ ਕਿ ਉਹ ਆਨਲਾਈਨ ਹੋਈ ਹੈ। ਜੇ ਉਹਨਾਂ ਨੇ ਪੇਪਰ ਐਪਲੀਕੇਸ਼ਨ ਕੀਤੀ ਸੀਗੀ, ਪੀਐਨਪੀ ਆਉਣ ਤੋਂ ਬਾਅਦ ਕਈ ਕੈਟਾਗਰੀਜ਼ ਦੇ ਵਿੱਚ ਪੇਪਰ ਐਪਲੀਕੇਸ਼ਨ ਕਰਨੀ ਹੈ, ਤਾਂ ਉਹਦੀ ਰਿਸੀਵ ਹੋਣ ਦਾ ਕੋਈ ਨਾ ਕੋਈ ਉਹਨਾਂ ਕੋਲੇ ਉੱਤੇ ਪ੍ਰੂਫ ਆਫ ਡਿਲੀਵਰੀ ਹੋਊਗਾ ਜੇ ਉਹਨਾਂ ਨੇ ਮੇਲ ਕੀਤਾ, ਕੋਈ ਕੁਰੀਅਰ ਸਰਵਿਸ ਯੂਜ਼ ਕੀਤੀ ਹੈ। ਤੇ ਉਸ ਤੋਂ ਬਾਅਦ ਜੇ ਉਹਨਾਂ ਕੋਲ ਪ੍ਰੂਫ ਆਫ ਡਿਲੀਵਰੀ ਹੈਗਾ ਕਿ ਫਲਾਣੇ ਬੰਦੇ ਨੇ ਸਾਈਨ ਕੀਤੀ, ਆਹ ਤਰੀਕ ਨੂੰ ਸਾਈਨ ਕੀਤੀ ਹੈ, ਤਾਂ ਫਿਰ ਉਹ ਇੱਕ ਇਨਕੁਆਰੀ ਹੈ ਜਿਹੜੀ ਵੈਬ ਫਾਰਮ ਇਨਕੁਆਰੀ, ਉਹ ਵੀ ਕਰ ਸਕਦੇ ਆ। ਜੇ ਉਹ ਤੋਂ ਵੀ ਕੋਈ ਹੱਲ ਨਹੀਂ ਹੁੰਦਾ ਤੇ ਫਿਰ ਸਾਡੇ ਆਫਿਸ ਨੂੰ ਜ਼ਰੂਰ ਕਾਲ ਕਰ ਲੈਣ, ਤੇ ਫਿਰ ਆਪਾਂ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਦੇ ਵਿੱਚ ਪਟੀਸ਼ਨ ਕਰਕੇ ਉਹ ਪੂਰੀ ਫਾਈਲ ਦੀ ਜਿਹੜੀ ਕਾਪੀ ਹੈ ਉਹ ਤੋਂ ਇਮੀਗ੍ਰੇਸ਼ਨ ਤੋਂ ਡਿਮਾਂਡ ਕਰ ਸਕਦੇ ਹਾਂ। ਬਿਲਕੁਲ ਜੀ, ਦਰਸ਼ਕਾਂ ਨੂੰ ਦੱਸਦੀ ਹਾਂ ਮਿਸਟਰ ਖਹਿਰਾ ਨੂੰ ਲੰਬੇ ਸਮੇਂ ਤੋਂ ਤਜਰਬਾ ਹੈਗਾ ਐਵੇਂ ਦੇ ਕੇਸਿਸ ਦੇ ਵਿੱਚ। ਸੋ ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤਿੰਨੋਂ ਆਫਿਸਰਸ ਦੇ ਨੰਬਰ ਜਿਹੜੇ ਇੱਥੇ ਲਿਖੇ ਹੋਏ ਨੇ, ਤੁਸੀਂ ਉੱਥੇ ਕਾਲ ਕਰ ਸਕਦੇ ਹੋ। ਸਰ, ਇਸ ਤੋਂ ਬਾਅਦ ਸਰੀ ਤੋਂ ਅਸੀਂ ਜਿਹੜੇ ਫਾਰਮ ਵਰਕਰ ਦੇ ਬਾਰੇ ਵਿੱਚ ਪੁੱਛਣਾ ਚਾਹੁੰਦੇ ਸੀ। ਜੀ ਜ਼ਰੂਰ। ਸੋ ਹਾਂਜੀ, ਉੱਥੇ ਤੁਸੀਂ ਲੋ ਸਕਿੱਲ ਕੈਟਾਗਰੀ 'ਚ ਪੀਐਨਪੀ ਅਪਲਾਈ ਕਰ ਸਕਦੇ ਹੋ। ਤੇ ਦੂਜਾ ਉਹਨਾਂ ਨੇ ਮੋਸਟ ਇੰਪੋਰਟੈਂਟ ਜਿਹੜਾ ਐਡ ਆਨ ਨਾਲ ਕੀਤਾ ਸੀ ਕਿ ਹਾਲੇ ਤੱਕ ਰੋਕ ਹੈ। ਹਾਂਜੀ ਬਿਲਕੁਲ ਹਾਲੇ ਵੀ ਰੋਕ ਹੈ। ਨਿਊ ਬ੍ਰਾਂਸਵਿਕ ਨੇ ਹਾਲੇ ਰੋਕ ਹੈ ਜਿਹੜੀ ਉਹ ਨਹੀਂ ਖੋਲੀ ਹੈਗੀ ਹੈ। ਸੋ ਜਿਹੜੇ ਫੋਰਨ ਵਰਕਰਸ ਨੇ ਉਹਨਾਂ ਤੇ ਸਟਿਲ ਰੋਕ ਜਿਹੜੀ ਲੱਗੀ ਹੈ। ਸੋ ਜਦੋਂ ਰੋਕ ਹਟੂਗੀ ਉਹ ਤੋਂ ਬਾਅਦ ਉਹਨਾਂ ਨੂੰ ਉੱਥੇ ਕੰਮ ਤੇ ਜਾਣ ਦੀ ਇਜਾਜ਼ਤ ਮਿਲੂਗੀ। ਹਾਂ, ਜੇ ਉਹਨਾਂ ਕੋਲ LMI ਹੈਗਾ ਤੇ ਉਹ ਵਰਕਰ ਨੇ ਤੇ ਉਹ ਆਪਦੀ ਐਪਲੀਕੇਸ਼ਨ ਹੈ ਜਿਹੜੀ ਉਹ ਵਰਕ ਪਰਮਿਟ ਚੇਂਜ ਕਰਾਉਣ ਲਈ ਜਿਹੜੀ ਸ਼ੁਰੂ ਕਰ ਸਕਦੇ ਨੇ ਪ੍ਰੋਸੈਸ। ਉਹਨਾਂ ਨੂੰ ਵਰਕ ਪਰਮਿਟ ਜਦੋਂ ਮਿਲ ਗਿਆ, ਜਦੋਂ ਉੱਥੇ ਕੰਡੀਸ਼ਨਸ ਖੁੱਲ ਜਾਂਦੀਆਂ ਨੇ ਤਾਂ ਉੱਥੇ ਜਾ ਕੇ ਕੰਮ ਉਹ ਕਰ ਸਕਦੇ ਆ ਜੀ। ਬਿਲਕੁਲ। ਤੇ ਸਰ, ਇਸ ਤੋਂ ਬਾਅਦ ਨੈਕਸਟ ਕੁਐਸਚਨ ਸੀ ਵਿਨੀਪੈਗ ਤੋਂ, ਜਿਨ੍ਹਾਂ ਨੇ ਕਿਹਾ ਸੀ ਕਿ ਫਾਦਰ ਸਾਹਿਬ ਉਹਨਾਂ ਦੇ ਪੇਰੈਂਟਸ ਆ ਸਕਦੇ ਆ ਕਿ ਨਹੀਂ ਆ ਸਕਦੇ। ਹਾਂਜੀ, ਸੋ ਪੇਰੈਂਟਸ ਨੂੰ 18 ਮਾਰਚ ਤੋਂ ਬਾਅਦ ਇਹ ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨਸ ਨੇ ਉਹਨਾਂ ਤੋਂ ਐਗਜ਼ੈਂਪਟ ਕੀਤਾ ਹੋਇਆ ਸੀ, ਚਾਹੇ ਪੈਰੈਂਟਸ ਸੀ, ਗ੍ਰੈਂਡ ਪੈਰੈਂਟਸ ਸੀ, ਚਿਲਡਰਨ ਸੀ, ਗੇ ਸਪਾਊਸਸ ਸੀਗੇ, ਪਰ ਉਹਨਾਂ ਤੇ ਸਰਟਨ ਕੰਡੀਸ਼ਨਸ ਨੇ ਜਿਹੜੀਆਂ ਉਹ ਲਾਈਆਂ ਹੋਈਆਂ ਸੀਗੀਆਂ। ਇੱਕ ਤਾਂ ਇਹ ਹੈਗਾ ਕਿ ਉਹਨਾਂ ਨੇ ਕੁਆਰੰਟੀਨ ਹੈ ਜਿਹੜਾ 14 ਦਿਨਾਂ ਦਾ ਕੁਆਰੰਟੀਨ ਉਹਦੇ ਵਿੱਚ ਰਹਿਣਾ, ਤੇ ਕੁਆਰੰਟੀਨ ਦੀ ਪਲਾਨ ਵੀ ਉਹਨਾਂ ਕੋਲ ਹੋਣੀ ਚਾਹੀਦੀ। ਉਹ ਪਲਾਨ ਦੇ ਵਿੱਚ ਕੀ ਹੈਗਾ, ਸਭ ਤੋਂ ਪਹਿਲਾਂ ਕਿ ਉਹਨਾਂ ਨੇ ਕਿੱਥੇ ਰਹਿਣਾ ਹੈਗਾ, ਉਹਨਾਂ ਨੇ 에ਅਰਪੋਰਟ, ਸੀਪੋਰਟ, ਲੈਂਡਪੋਰਟ ਤੋਂ ਕਿਵੇਂ ਟਰੈਵਲ ਕਰਕੇ ਉਹ ਡੈਸਟੀਨੇਸ਼ਨ ਤੇ ਪਹੁੰਚਣਾ, ਤੇ ਤੀਜਾ ਉਹ ਆਈਸੋਲੇਟ ਕਿਵੇਂ ਕਰਨਗੇ ਆਪਣੇ ਆਪ ਨੂੰ, ਉਹਨਾਂ ਦੀਆਂ ਗਰੋਸਰੀਜ਼ ਦਾ ਜਿਹੜਾ ਪ੍ਰਬੰਧ ਉਹ ਕੌਣ ਕਰੂਗਾ,
ਤੇ ਇਹਦੇ ਨਾਲ ਜਿਹੜੀਆਂ ਕੋਈ ਐਸੈਂਸ਼ੀਅਲ ਮੈਡੀਕਲ ਸਰਵਿਸਿਜ਼ ਨੇ ਉਹ ਉਹਨਾਂ ਨੂੰ ਕਿਵੇਂ ਮਿਲਣਗੀਆਂ। ਤੇ ਜੇ ਕੋਈ ਉਹਨਾਂ ਦਾ ਇੱਥੇ ਰਿਲੇਟਿਵ ਹੈਗਾ, ਉਹਨੇ ਉਸ ਦਾ ਪ੍ਰਬੰਧ ਕੀਤਾ ਹੈਗਾ, ਤਾਂ ਉਹਨਾਂ ਨੂੰ ਇਹ ਪ੍ਰੂਵ ਕਰਨਾ ਪੈਣਾ ਸੀਗਾ ਕਿ ਉਹਨਾਂ ਦੇ ਲਿਵਿੰਗ ਕੁਆਟਰਸ ਨੇ ਜਿਹੜੇ ਉਹ ਵੱਖਰੇ ਹੋਣਗੇ, ਤੇ ਉਹ ਕਿਸੇ ਵੀ 65 ਈਅਰ 올ਡ ਜਿਹੜਾ ਇੰਡੀਵਿਜੂਅਲ ਹੈ ਉਹਦੇ ਕੰਟੈਕਟ ਦੇ ਵਿੱਚੋਂ, ਜਾਂ ਕੋਈ ਹੋਰ ਇਮਿਊਨੋ ਕੰਪਰੋਮਾਈਜ਼ਡ ਇੰਡੀਵਿਜੂਅਲ ਹੈ ਉਹਦੇ ਕੰਟੈਕਟ ਦੇ ਵਿੱਚੋਂ ਨਹੀਂ ਆਉਣਗੇ। ਤੇ ਜੇ ਉਸ ਹਾਊਸ ਹੋਲਡ 'ਚ ਕੋਈ 65 ਸਾਲ ਤੋਂ ਵੱਡਾ ਰਹਿ ਰਿਹਾ ਸੀ ਤਾਂ ਉਹ ਤੋਂ ਡਿਸਕਲੇਮਰ ਵੀ ਉਹਨਾਂ ਨੇ ਲੈਣਾ ਸੀ ਕਿ ਉਹਨੂੰ ਕੋਈ ਜਿਹੜੀ ਪ੍ਰੋਬਲਮ ਨਹੀਂ ਹੈਗੀ, ਜੋ ਇੰਡੀਵਿਜੂਅਲ ਉੱਥੇ ਆ ਕੇ ਰਹਿ ਸਕਦਾ। ਸੋ ਜੇ ਪਲਾਨ ਹੋਊਗੀ ਉਹਨਾਂ ਕੋਲੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਥੇ ਆਉਣ ਦੀ ਇਜਾਜ਼ਤ ਮਿਲ ਜੂਗੀ, ਪਰ ਉਹਨਾਂ ਨੂੰ ਪ੍ਰੋਪਰਲੀ ਗਲੋਬਲ ਅਫੇਅਰਸ ਕੈਨੇਡਾ ਨਾਲ ਰਜਿਸਟਰ ਹੋਣਾ ਪਊਗਾ। ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਅਪਰੂਵਲ ਦੀ ਚਿੱਠੀ ਆਊਗੀ ਕਿ ਹਾਂਜੀ ਤੁਸੀਂ ਟਰੈਵਲ ਕਰ ਸਕਦੇ ਹੋ, ਉਹ ਚਿੱਠੀ ਲੈਣ ਤੋਂ ਬਾਅਦ ਹੀ ਉਹਨਾਂ ਨੂੰ ਜਹਾਜ਼ ਬੋਰਡ ਕਰਨ ਦੀ ਇਜਾਜ਼ਤ ਹੈ ਜਿਹੜੀ ਹੋਊਗੀ। ਹਾਂਜੀ, ਇਹ ਕਦੇ ਵੀ 18 ਮਾਰਚ ਤੋਂ ਬਾਅਦ ਆ ਸਕਦੇ ਸੀ, ਪ੍ਰੋਵਾਈਡਡ 에ਅਰਲਾਈਨ ਉਹਨਾਂ ਨੂੰ ਟਿਕਟ ਦੇਣ ਨੂੰ ਰਾਜ਼ੀ ਹੈ। ਤੇ ਉਸ ਤੋਂ ਬਾਅਦ ਗਲੋਬਲ ਅਫੇਅਰਸ ਕੈਨੇਡਾ ਤੋਂ ਚਿੱਠੀ ਲੈ ਲੈਂਦੇ ਨੇ ਕਿ ਉਹ ਇਹ ਟਰੈਵਲ ਰੈਸਟ੍ਰਿਕਸ਼ਨਸ ਉਹਨਾਂ ਤੇ ਲਾਗੂ ਨਹੀਂ ਹੁੰਦੀਆਂ ਤੇ ਉਹ ਆ ਸਕਦੇ ਨੇ। ਆਮ ਤੌਰ ਤੇ ਇੱਕ ਈਮੇਲ ਹੈਗੀ ਹੈ ਜਿੱਥੇ ਆਪਾਂ ਇਹ ਸਾਰੀ ਜਾਣਕਾਰੀ ਦੇਣੀ ਹੁੰਦੀ ਹੈ, ਤੇ ਸਰਕਾਰ ਨੇ ਕਿਹਾ ਹੈਗਾ ਕਿ ਵਿਦਨ 48 ਆਵਰਸ ਉਹ ਤੁਹਾਨੂੰ ਅਪਰੂਵਲ ਜਾਂ ਡਿਸਅਪਰੂਵਲ ਉਸ ਗੱਲ ਦੀ ਦੇ ਸਕਦੇ ਨੇ ਕਿ ਤੁਸੀਂ ਟਰੈਵਲ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ। ਪਿਛਲੇ ਕਾਫੀ ਸਮੇਂ ਤੋਂ ਮੈਂ ਜਿਹੜੀਆਂ ਅਰਜ਼ੀਆਂ ਕੀਤੀਆਂ ਨੇ ਤੇ ਮੇਰਾ ਐਕਸਪੀਰੀਅੰਸ ਰਿਹਾ ਜੀ ਕਿ ਵਿਦਨ 48 ਆਵਰਸ ਜ਼ਰੂਰ ਜਿਹੜਾ ਜਵਾਬ ਆ ਜਾਂਦਾ ਹੈ ਕਿ ਤੁਸੀਂ ਟਰੈਵਲ ਕਰ ਸਕਦੇ ਆ। ਜੀ ਬਿਲਕੁਲ। ਤੇ ਸਰ ਦਰਸ਼ਕ ਕਾਫੀ ਜ਼ਿਆਦਾ ਇਸ ਵਕਤ ਲਾਈਨ 'ਚ ਹੈਗੇ ਨੇ ਤੇ ਉਹਨਾਂ ਨਾਲ ਅਸੀਂ ਗੱਲ ਕਰ ਲਈਏ ਪਹਿਲਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਹਾਂਜੀ, ਮੈਂ ਬੇਟਾ ਅੱਗੇ ਵੀ ਫੋਨ ਕੀਤਾ ਸੀ, ਜਿਹੜਾ ਤੁਹਾਨੂੰ ਪੁੱਛਿਆ ਸੀਗਾ ਵੀ ਕੁੜੀ ਦਾ ਵੈਸਟ ਵੀਜ਼ੇ ਤੇ ਵੀ ਉਹ ਨਹੀਂ ਬਣਿਆਗਾ, ਤੇ ਹੁਣ ਮੈਂ ਇਹ ਪੁੱਛਦੀ ਆ ਵੀ ਉਹ ਨੈਣੀ ਤੇ ਕੋਰਸ ਕਰਕੇ ਤੇ ਆ ਸਕਦੀ ਮੇਰੀ? ਬਿਲਕੁਲ ਮੈਮ, ਤੁਸੀਂ ਟੀਵੀ ਸਕਰੀਨ ਦੇ ਉੱਤੇ ਤੁਸੀਂ ਆਨਸਰ ਆਲਰੇਡੀ ਸੁਣਿਆ ਸੀ, ਉਹਨਾਂ ਨੇ ਕਿਹਾ ਸੀ ਕਿ ਇਸ ਬੇਸ ਤੇ ਆ ਸਕਦੇ ਨੇ। ਬਾਕੀ ਤੁਸੀਂ ਜ਼ਿਆਦਾ ਡਿਟੇਲ 'ਚ ਇਨਫੋਰਮੇਸ਼ਨ ਲੈਣੀ ਹੈ, ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਮਿਸਟਰ ਖਹਿਰਾ ਨੂੰ ਉਹਨਾਂ ਦੇ ਫੋਨ ਨੰਬਰ ਤੇ ਕਾਲ ਕਰ ਲਿਓ। ਫੋਨ ਚੱਕਦੇ ਨਹੀਂ, ਉੱਥੇ ਫੋਨ ਚੱਕਦੇ ਨਹੀਂ ਤੇ ਮੈਨੂੰ ਭਰਨਾ ਨਹੀਂ ਆਉਂਦਾ। ਜੀ ਬਿਲਕੁਲ ਮਿਸਟਰ ਖਹਿਰਾ, ਮੇਰੇ ਕੋਲ ਦੂਜਾ ਫੋਨ ਆ ਮੈਨੂੰ। ਜੀ ਮੈਮ, ਇੱਕ ਮਿੰਟ ਹੋਲਡ, ਮਿਸਟਰ ਖਹਿਰਾ ਆਨਸਰ ਕਰ ਰਹੇ ਨੇ। ਜੀ ਸਰ। ਕਈ ਵਾਰੀ ਲਾਈਨਸ ਬਹੁਤ ਬਿਜ਼ੀ ਹੁੰਦੀਆਂ ਨੇ ਕਾਲਰ, ਤੇ ਤੁਹਾਨੂੰ ਜਦੋਂ ਉੱਥੇ ਮੈਸੇਜ ਛੱਡਣ ਲਈ ਆਖਿਆ ਜਾਂਦਾ ਹੈ ਤਾਂ ਮੈਸੇਜ ਛੱਡਿਆ ਜਾਵੇ। ਪਰ ਮੈਂ ਦੱਸਣਾ ਚਾਹੁੰਦਾ ਕਿ 10 ਲਾਈਨਸ ਹੈਗੀਆਂ ਹਰੇਕ ਆਫਿਸ ਦੇ ਵਿੱਚ, 10 ਲਾਈਨਸ ਹੈਗੀਆਂ ਨੇ, ਪਰ ਉਹ ਕਈ ਵਾਰੀ ਲਾਈਨਸ ਇੰਨੀਆਂ ਬਿਜ਼ੀ ਹੋ ਜਾਂਦੀਆਂ ਨੇ ਕਿ ਸਾਰੀ 10ਵੇਂ ਕਾਲਰ ਦੀ ਆਉਂਦੀ ਹੈ ਉਦੋਂ ਤੱਕ ਵੌਇਸਮੇਲ ਤੇ ਚਲੇ ਜਾਂਦਾ। ਪਰ ਜੇ ਤੁਸੀਂ ਮੈਸੇਜ ਛੱਡ ਦੋਗੇ ਤਾਂ ਤੁਹਾਨੂੰ ਜ਼ਰੂਰ ਜਿਹੜਾ ਮੈਮ ਨੂੰ ਮੈਂ ਦੱਸ ਦਵਾਂ। ਜੀ ਮੈਮ, ਤੁਸੀਂ ਟੀਵੀ ਸਕਰੀਨ ਨਾਲ ਜੁੜੇ ਰਹੋ, ਅਸੀਂ ਨੈਨੀ ਪ੍ਰੋਸੈਸ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਆ ਸਕਦੇ ਨੇ। ਤੁਸੀਂ ਪ੍ਰੋਗਰਾਮ ਦੇਖਦੇ ਰਹੋ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਮੈਮ, ਥੈਂਕ ਯੂ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਅਸੀਂ ਬਰੈਂਪਟਨ ਤੋਂ ਬੋਲਦੇ ਹਾਂ ਜੀ। ਮੈਮ ਦੱਸੋ ਕੀ ਪੁੱਛਣਾ? ਹਾਂਜੀ, ਅਸੀਂ ਪੁੱਛਣਾ ਵਿਜ਼ਟਰ ਵੀਜ਼ੇ ਤੇ ਆਏ ਸੀਗੇ ਜੀ, ਤੇ ਅਸੀਂ ਐਕਸਟੈਂਸ਼ਨ ਪਾਈ ਸੀਗੀ ਤੇ ਉਹਨਾਂ ਨੇ ਹੁਣ ਫਿੰਗਰਪ੍ਰਿੰਟ ਮੰਗੇ ਆ, ਪਰ ਉਹ ਖੁੱਲਾ ਨਹੀਂ ਹੈਗਾ ਹੁਣ ਕੁਝ ਵੀ ਜੀ, ਤੇ ਉਹ ਕਿੱਦਾਂ ਕਰ? ਜੀ ਫਿੰਗਰਪ੍ਰਿੰਟਸ। ਇੱਕ ਸਾਡਾ ਸਵਾਲ ਜੀ 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 ਸਵਾਲ ਪੁੱਛੋ ਜੀ। ਦੂਸਰਾ ਸਵਾਲ ਹੋ ਰਿਹਾ। ਹਾਂਜੀ ਮੈਮ, ਪੁੱਛੋ ਸਵਾਲ ਦੂਸਰਾ। ਹਾਂਜੀ, ਦੂਸਰਾ ਆਇਲਸ ਦਾ ਪੁੱਛਣਾ ਸੀ ਵੀ ਆਇਲਸ ਦਾ ਕਦੋਂ ਸਟਾਰਟ ਖੁੱਲ ਰਿਹਾ ਹੈਗਾ? ਆਇਲਸ ਦਾ? ਤੇ ਹਾਂਜੀ ਜੀ, ਤੁਸੀਂ ਜੀ ਟੀਵੀ ਸਕਰੀਨ ਸਕੋਰ ਪੁੱਛਣੇ ਸੀਗੇ ਜਿਹੜੇ LMI ਤੇ ਵੀ ਉਹ ਕਿੰਨੇ ਚੱਲ ਰਹੇ ਆ? ਕਾਦੇ ਸਕੋਰ ਪੁੱਛਣੇ ਸੀ ਤੁਸੀਂ? PNP ਲਾਉਣ ਵਾਸਤੇ LMI ਲਾਈ ਵੀ ਹੈ ਮੈਮ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਇਸ ਵਕਤ ਜਿਹੜੇ ਮੈਮ ਨੇ ਕਾਲ ਕੀਤੀ, ਅਸੀਂ ਪਹਿਲਾਂ ਸਾਰੇ ਸਵਾਲ ਲੈ ਲਏ, ਉਸ ਤੋਂ ਬਾਅਦ ਆਨਸਰ ਦਿੰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਕਮਲ ਸਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਬਰੈਂਪਟਨ ਤੋਂ ਬੋਲਦਾ ਜੀ। ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ, ਕੀ ਪੁੱਛਣਾ ਤੁਸੀਂ? ਮੈਮ, ਮੈਂ ਇਹ ਪੁੱਛਣਾ ਵੀ ਵੈਸਟਰਨ ਵੀਜ਼ਾ ਅਪਲਾਈ ਕਰਨਾ ਮੈਂ ਆਪਣੇ ਫਾਦਰ ਸਾਹਿਬ ਦਾ, ਤੇ ਉਹਦੇ ਲਈ ਕੀ ਪ੍ਰੋਸੀਜਰ ਆ ਵੀ ਹੁਣ ਉਹ ਸਟਾਰਟ ਹੋਇਆ ਕਿ ਨਹੀਂ? ਜੀ, ਅਸੀਂ ਇਸ ਦੇ ਬਾਰੇ ਸਟਾਰਟਿੰਗ ਵਿੱਚ ਹੀ ਡਿਸਕਸ਼ਨ ਕੀਤੀ ਹੈ ਕਿ ਵਿਜ਼ਟਰ ਵੀਜ਼ਾ ਦੀਆਂ ਐਪਲੀਕੇਸ਼ਨਸ ਆਨਲਾਈਨ ਸਟਾਰਟ ਹੋ ਗਈਆਂ ਨੇ। ਤੁਸੀਂ ਸਟਾਰਟਿੰਗ 'ਚ ਪ੍ਰੋਗਰਾਮ ਨੂੰ ਬੈਕ ਕਰਕੇ ਸਕਰੋਲ ਕਰੋਗੇ ਨਾ, ਸਾਰੀ ਤੁਹਾਨੂੰ ਡਿਟੇਲ ਮਿਲ ਜਾਏਗੀ। ਓਕੇ ਜੀ, ਥੈਂਕ ਯੂ ਸੋ ਮਚ ਜੀ ਕਾਲ ਕਰਨ ਲਈ। ਜੀ ਸਰ, ਮੈਮ ਦੀ ਕਾਲ ਆਈ ਸੀ, ਜਿਹੜੇ ਹੁਣੀ ਇੱਕ ਦਰਸ਼ਕ ਜੁੜ ਗਏ ਨੇ। ਜੀ, ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ, ਇੱਕ ਹੋਰ ਅਸੀਂ ਕਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਅਸੀਂ ਕੈਲੀਫੋਰਨੀਆ ਤੋਂ ਬੋਲਦੇ ਹਾਂ ਜੀ। ਮੈਂ ਤੁਹਾਨੂੰ ਪੁੱਛਣਾ, ਜਿਹੜੀ ਫੈਮਿਲੀ ਪਟੀਸ਼ਨ ਕੀਤੀ ਹੋਈ ਹੋਵੇ ਉਹਨਾਂ ਚੋਂ ਕਿਸੇ ਮੈਂਬਰ ਨੂੰ ਵਿਆਹ ਤੇ ਮੈਮ ਤੁਸੀਂ ਯੂਐਸ ਦੇ ਬਾਰੇ ਵਿੱਚ ਮੰਡੇ ਨੂੰ ਕਾਲ ਕਰਿਓ। ਅੱਜ ਅਸੀਂ ਕੈਨੇਡਾ ਇਮੀਗ੍ਰੇਸ਼ਨ ਬਾਰੇ ਗੱਲ ਕਰ ਰਹੇ ਹਾਂ। ਥੈਂਕ ਯੂ ਸੋ ਮਚ ਕਾਲ ਕਰਨ ਲਈ ਜੀ। ਹੈਲੋ, हाय, मेरा क्वेश्चन था, 2 क्वेश्चन मैं करना चाहता था। हाँ जी सर, कित्थों बोल रहे हो?
जी मैं हैमिल्टन से बात कर रहा हूँ। जी मेरा मेरा एक क्वेश्चन ये है कि एडवर्टाइजमेंट का पीरियड हमारा जो है वो पूरा हो चुका है एडमिनिस्ट्रेटर के लिए और इसकी LMIA की एप्लीकेशन जो है वो हम फाइल करने वाले हैं। मैं ये पूछना चाह रहा था इसका एक तो ऑफिस एडमिनिस्ट्रेटर की LMIA के लिए कितना टाइम लग रहा है और सेकंड नंबर पे इसके जब PR एप्लीकेशन फाइल करनी होगी तो मिनिमम आयल्स के जो है वो कितने हैं इसके ਮਿਨੀਮਮ ਰਿਕੁਆਇਰਮੈਂਟਸ ਆਇਲਸ ਦੀ ਪੀਆਰ ਦੇ ਲਈ ਤੇ LMIA ਆਫਿਸ ਐਡਮਿਨਿਸਟ੍ਰੇਸ਼ਨ ਦੀ ਜੌਬ ਲਈ ਕਿੰਨਾ ਟਾਈਮ ਲੱਗਦਾ ਹੈ ਇਹੀ ਪੁੱਛਣਾ ਤੁਸੀਂ ऑफिस एडमिनिस्ट्रेटर के LMIA का कितना टाइम लगता है बिल्कुल फाइल करते हैं ਜੀ ਸਰ ਤੁਸੀਂ ਇਹਨਾਂ ਨੂੰ ਕੁਝ ਪੁੱਛਣਾ ਜਾਂ ਆਪਾਂ ਸਿੱਧਾ ਆਨਸਰ ਦਈਏ ਨਹੀਂ ਤਰਨ ਮੈਂ ਸਮਝ ਤੁਸੀਂ ਗਿਆ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਤੇ ਇਸ ਵਕਤ ਅਸੀਂ ਲਾਸਟ ਕਾਲ ਲੈ ਰਹੇ ਹਾਂ ਅਸੀਂ ਕਾਲ ਕੁਝ ਸਮੇਂ ਲਈ ਹੋਲਡ ਕਰਾਂਗੇ ਹੈਲੋ ਹੈਲੋ ਹਾਂਜੀ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਮੈਂ ਮਿਲਾਨ ਤੋਂ ਬੋਲ ਰਿਹਾ ਜੀ ਸਰਮਿੰਦਰ ਸਿੰਘ ਮੋਟੂ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸਰ ਦੱਸੋ ਕੀ ਪੁੱਛਣਾ ਚਾਹੁੰਦੇ ਹੋ ਅੱਛਾ ਮੈਡਮ ਮੈਂ ਜਦੋਂ ਪੂਰੀ ਫੈਮਿਲੀ ਸਿਟੀਜ਼ਨ ਹੈ ਇੱਥੇ ਅਸੀਂ ਮੈਂ ਪੁੱਛਣਾ ਚਾਹੁੰਦਾ ਕੋਈ ਹੈ ਜਰੀਆ ਇੱਥੇ ਆ ਕੇ ਪੇਪਰ ਵਰਕ PR ਦਾ ਸਰ ਤੁਸੀਂ ਕਿਹੜੀ ਫੀਲਡ 'ਚ ਜੌਬ ਕਰਦੇ ਹੋ ਕਿਸ ਵੇ ਦੇ ਨਾਲ ਤੁਸੀਂ ਆਉਣਾ ਚਾਹੁੰਦੇ ਹੋ ਮੈਂ ਮੈਡਮ ਜਿੱਦਾਂ ਸਾਡੇ ਦਵਾਈਆਂ ਦੀ ਮੈਡੀਸਨ ਦੇ ਢੱਕਣ ਬਣਦੇ ਆ ਫਾਰਮੇਸੀ ਚ ਆ ਜਾਂਦਾ ਹੈ ਫਾਰਮੇਸੀ ਦੇ ਵਿੱਚੋਂ ਗੁਰਪ੍ਰੀਤ ਖਹਿਰਾ ਜੀ ਤੁਸੀਂ ਕੁਝ ਇਹਨਾਂ ਨੂੰ ਗਾਈਡ ਕਰ ਸਕਦੇ ਹੋ ਫਾਰਮੇਸੀ ਦੀ ਜੌਬ ਦੇ ਵਿੱਚ ਹੈਗੇ ਨੇ ਇਹ ਜੇ ਆਪਾਂ ਇਹਨਾਂ ਨੂੰ ਕੁਝ ਆਪਾਂ ਟੀਵੀ ਸਕਰੀਨ ਤੇ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ ਅਸੀਂ ਪਹਿਲਾਂ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕਰੀਏ ਜਿਨ੍ਹਾਂ ਨੇ ਪੁੱਛਿਆ ਸੀ ਫਿੰਗਰਪ੍ਰਿੰਟਸ ਨੂੰ ਲੈ ਕੇ ਕੁਐਸਚਨ ਉਹਨਾਂ ਦਾ ਸੀਗਾ ਕਿ ਐਕਸਟੈਂਸ਼ਨ ਪਾਈ ਹੋਈ ਉਹਨਾਂ ਨੇ ਵਿਜ਼ਟਰ ਵੀਜ਼ਾ ਦੀ ਜੀ ਜੇ ਐਕਸਟੈਂਸ਼ਨ ਪਾਈ ਹੈ ਤਾਂ ਬਾਇਓਮੈਟ੍ਰਿਕਸ ਨੇ ਹਾਲੇ ਉਹ ਖੁੱਲੇ ਨਹੀਂ ਹੈਗੇ ਸੋ ਉਹਦੇ ਉੱਤੇ ਇਹ ਇਜਾਜ਼ਤ ਦਿੱਤੀ ਗਈ ਹੈਗੀ ਹੈ ਕਿ ਜੇ 90 ਦਿਨਾਂ ਦਾ ਤੁਹਾਨੂੰ ਟਾਈਮ ਮਿਲੂਗਾ ਤੇ ਜੇ 90 ਦਿਨਾਂ 'ਚ ਵੀ ਤੁਸੀਂ ਪੂਰਾ ਨਹੀਂ ਕਰ ਪਾਉਂਦੇ ਤੇ ਸਰਵਿਸ ਕੈਨੇਡਾ ਦੇ ਆਫਿਸ ਨਹੀਂ ਖੁੱਲਦੇ ਤਾਂ ਤੁਸੀਂ ਫਰਦਰ ਦੁਬਾਰੇ ਉਹਨਾਂ ਤੋਂ ਹੋਰ ਲੰਬਾ ਸਮਾਂ ਇਜਾਜ਼ਤ ਮੰਗ ਸਕਦੇ ਹੋ ਪਰ ਤੁਹਾਡਾ ਕੇਸ ਇਸ ਕਰਕੇ ਰਿਫਿਊਜ਼ ਨਹੀਂ ਕੀਤਾ ਜਾਊਗਾ ਕਿ ਤੁਸੀਂ ਟਾਈਮਲੀ ਮੈਨਰ 'ਚ ਉਹਨੂੰ ਬਾਇਓਮੈਟ੍ਰਿਕਸ ਨਹੀਂ ਕਰਾ ਸਕੇ ਤੇ ਇਹਦੇ ਨਾਲ ਇੱਕ ਛੋਟ ਵੀ ਦਿੱਤੀ ਗਈ ਹੈ ਤੁਰਨ ਕਿ ਜਿਹੜੇ ਫੋਰਨ ਵਰਕਰਸ ਹੈਗੇ ਨੇ ਤੇ ਉਹ ਐਸੈਂਸ਼ੀਅਲ ਸਰਵਿਸ 'ਚ ਕੰਮ ਕਰਦੇ ਨੇ ਉਹਨਾਂ ਨੂੰ ਛੋਟ ਦਿੱਤੀ ਗਈ ਹੈ ਕਿ ਉਹ ਬਾਇਓਮੈਟ੍ਰਿਕਸ ਕਰਾਉਣ ਦੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਹੈ ਸੋ ਜੇ ਕੋਈ ਵੀ ਵਰਕ ਪਰਮਿਟ ਇਸ ਵੇਲੇ ਕੇਸ ਕਰ ਰਿਹਾ ਹੈ ਤੇ ਉਹਦਾ ਜਿਹੜਾ ਕੰਮ ਹੈ ਉਹ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਹੈ ਤਾਂ ਉਹਨੂੰ ਬਾਇਓਮੈਟ੍ਰਿਕਸ ਕਰਾਉਣ ਦੀ ਹੁਣ ਕੋਈ ਜ਼ਰੂਰਤ ਫਿੰਗਰਪ੍ਰਿੰਟ ਕਰਾਉਣ ਦੀ ਕੋਈ ਜ਼ਰੂਰਤ ਇਸ ਵੇਲੇ ਨਹੀਂ ਹੈ ਉਹ ਐਗਜ਼ੈਂਪਸ਼ਨ ਦਿੱਤੀ ਗਈ ਹੈ ਤੇ ਅਗਲੇ ਜਿਹੜੇ ਕਾਲਰ ਦਾ ਸਵਾਲ ਸੀਗਾ ਜੀ ਕਿ ਉਹਨਾਂ ਨੇ ਆਫਿਸ ਐਡਮਿਨਿਸਟ੍ਰੇਟਰ ਦੀ LMIA ਕੀਤੀ ਉਹਨੂੰ ਕਿੰਨਾ ਟਾਈਮ ਲੱਗਣਾ ਮੈਂ ਦੱਸਣਾ ਚਾਹੁੰਦਾ ਜੀ ਕਿ ਇਸ ਵੇਲੇ ਸਿਰਫ ਜਿਹੜੀਆਂ LMIs ਨੂੰ ਪ੍ਰਾਇੋਰਿਟੀ ਦਿੱਤੀ ਜਾ ਰਹੀ ਹੈ ਉਹ ਐਸੈਂਸ਼ੀਅਲ ਸਰਵਿਸਿਜ਼ ਜਿਹੜੀਆਂ ਹੈਗੀਆਂ ਨੇ ਜਾਂ ਫਿਰ ਐਗਰੀਕਲਚਰ ਬੇਸਡ ਕੋਈ LMIs ਨੇ ਉਹਨਾਂ ਨੂੰ ਹੀ ਪ੍ਰਾਇੋਰਿਟੀ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ ਸੋ ਫਾਰਮ ਵਰਕਰਸ ਨੇ ਫਾਰਮ ਸੁਪਰਵਾਈਜ਼ਰਸ ਨੇ ਫਿਸ਼ਰੀ 'ਚ ਕੰਮ ਕਰਨ ਵਾਲੇ ਲੋਕ ਨੇ ਲੌਂਗ ਹਾਲ ਟਰੱਕ ਡਰਾਈਵਰਸ ਨੇ ਮੈਡੀਕਲ ਫੀਲਡ 'ਚ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਹੀ ਪ੍ਰਾਇੋਰਿਟੀ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ ਤੇ ਜਿਹੜੀਆਂ ਨਾਨ ਐਸੈਂਸ਼ੀਅਲ LMIs ਨੇ ਉਹਨਾਂ ਨੂੰ ਜਦੋਂ ਇਹ ਸਿਚੁਏਸ਼ਨ ਪ੍ਰਾਇੋਰਟੀ ਵਾਲੀਆਂ ਖਤਮ ਹੋਣਗੀਆਂ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੋਸੈਸ ਕੀਤਾ ਜਾਊਗਾ ਸੋ ਕਾਫੀ ਲੰਬਾ ਸਮਾਂ ਜਿਹੜਾ ਉਹ ਲੱਗ ਸਕਦਾ ਹੈਗਾ ਇਹਦੀ LMI ਦੀ ਪ੍ਰੋਸੈਸਿੰਗ ਦੇ ਵਿੱਚ ਕਿਉਂਕਿ ਜੋ ਆਫਿਸ ਐਡਮਿਨਿਸਟ੍ਰੇਟਰ ਦੀ ਹੈਗੇ ਨੇ ਤੇ ਦੂਜਾ ਉਹਨਾਂ ਦਾ ਨਾਲ ਜਿਹੜਾ ਸੈਕੰਡਰੀ ਸਵਾਲ ਸੀ ਉਹ ਸੀ ਕਿ ਹਾਂਜੀ ਉਹਨਾਂ ਨੂੰ ਕਿੰਨੀ ਇੰਗਲਿਸ਼ ਰਿਕੁਆਇਰਮੈਂਟ ਚਾਹੀਦੀ ਹੋਊਗੀ ਆਫਿਸ ਐਡਮਿਨਿਸਟ੍ਰੇਟਰ ਲਈ ਤੁਹਾਨੂੰ 6 ਬੈਂਡਸ ਨੇ ਜਿਹੜੇ ਉਹ ਤੋਂ ਘੱਟ ਨਹੀਂ ਕੁਆਲੀਫਾਈ ਕਰੋਗੇ ਜੀ ਸੋ ਹਰੇਕ ਮੋਡਿਊਲ ਦੇ ਵਿੱਚੋਂ ਘੱਟੋ ਘੱਟ 6 ਬੈਂਡ ਤੁਹਾਨੂੰ ਹੋਣੇ ਚਾਹੀਦੇ ਨੇ ਤਾਂ ਹੀ ਤੁਸੀਂ ਪਰਮਨੈਂਟ ਰੈਜ਼ੀਡੈਂਸ ਲਈ ਜੋ ਆਫਿਸ ਐਡਮਿਨਿਸਟ੍ਰੇਟਰ ਦੀ ਹੈਗੀ ਆ ਕੁਆਲੀਫਾਈ ਕਰੋਗੇ ਤੇ ਕਿਉਂਕਿ ਉਹਦੇ ਚੋਂ ਜਿਹੜੀ ਇੰਗਲਿਸ਼ ਰਿਕੁਆਇਰਮੈਂਟ ਹੈਗੀ ਆ ਤੇ ਫਲੂਐਂਟ ਤੇ ਜਿੰਨੇ ਜ਼ਿਆਦਾ ਹੋਣਗੇ ਉਨੇ ਚਾਂਸਸ ਤੁਹਾਡੇ ਬੈਟਰ ਨੇ ਤੇ ਤੁਹਾਨੂੰ ਉਨੇ ਪੁਆਇੰਟਸ ਜ਼ਿਆਦਾ ਹੋਣਗੇ ਪਰ 6 ਬੈਂਡ ਤੋਂ ਘੱਟ ਜਿਹੜਾ ਤੁਸੀਂ ਉਹ ਕੁਆਲੀਫਾਈ ਨਹੀਂ ਕਰ ਸਕੋਗੇ ਜਿਸ ਤੋਂ ਬਾਅਦ ਮਿਲਾਨ ਤੋਂ ਸੀ ਤੇ ਉਹ ਫਾਰਮੇਸੀ ਦੀ ਜੌਬ ਕਰ ਰਹੇ ਨੇ ਉਹਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਨੇ ਕੈਨੇਡਾ ਆਉਣ ਦੇ ਲਈ ਕਿ ਕੋਈ ਵੇ ਹੈ ਹਾਂਜੀ ਸੋ ਤਰਨ ਜਿਹੜੇ ਬਹੁਤ ਜਨਰਲ ਕੁਐਸਚਨ ਸੀ ਇਹਨਾਂ ਦਾ ਸੋ ਇਹਦੇ ਚ ਜਿਹੜੇ ਫੈਕਟਰਸ ਨੇ ਉਹ ਫੈਕਟਰਸ ਹੈਗੇ ਏਜ ਐਜੂਕੇਸ਼ਨ ਉਹਨਾਂ ਦਾ ਐਕਸਪੀਰੀਅੰਸ ਕੰਮ ਦਾ ਤੇ ਇਹ ਤੋਂ ਬਾਅਦ ਜਿਹੜੇ ਉਹਨਾਂ ਦੀ ਵਾਈਫ ਨੇ ਕੀ ਪੜ੍ਹਾਈ ਕੀਤੀ ਆ ਉਹਨਾਂ ਦੀ ਕੀ ਅੰਗਰੇਜ਼ੀ ਹੈਗੀ ਆ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ ਕਿ ਤੁਸੀਂ ਇਮੀਗ੍ਰੇਸ਼ਨ ਲਈ ਕੁਆਲੀਫਾਈ ਕਰਦੇ ਆ ਜਾਂ ਨਹੀਂ ਕਰਦੇ ਜਿਵੇਂ ਉਹਨਾਂ ਨੇ ਦੱਸਿਆ ਹੈਗਾ ਤੇ ਉਹ ਯੂਜੂਅਲੀ ਜਨਰਲ ਲੇਬਰ ਦੇ ਵਿੱਚੋਂ ਕੰਮ ਕਰਦੇ ਲੱਗਦੇ ਆ ਜਨਰਲ ਲੇਬਰ ਦੇ ਵਿੱਚੋਂ ਵੀ ਕਈ EMPLOYERS ਹੈਗੇ ਨੇ ਜਿਹੜੇ ਉਹਨਾਂ ਨੂੰ ਹਾਇਰ ਕਰਨ ਨੂੰ ਤਿਆਰ ਹੋ ਸਕਦੇ ਨੇ ਪਰ ਉਹਦੀਆਂ ਵੀ ਸਰਟਨ ਜਿਹੜੀਆਂ ਕੰਡੀਸ਼ਨ ਹੋ ਸਕਦੀਆਂ ਹੈਗੀਆਂ ਨੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ
ਫਾਰਮ ਵਰਕਰਸ ਹੁੰਦੇ ਆ ਤਰਨ ਉਹ 'ਚ ਕੋਈ ਐਕਸਪੀਰੀਅੰਸ ਜਾਂ ਐਜੂਕੇਸ਼ਨ ਦੀ ਰਿਕੁਆਇਰਮੈਂਟ ਨਹੀਂ ਜੀ। ਹੁੰਦੀ ਹੈਗੀ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਉਹ ਫਾਰਮ ਵਰਕਰਸ 'ਚ ਕੁਆਲੀਫਾਈ ਕਰ ਜਾਂਦੇ ਹੈਗੇ ਆ ਤੇ ਫਾਰਮ ਵਰਕਰਸ ਵੀ ਕਈ ਪ੍ਰੋਵਿੰਸ ਨੇ ਜਿੱਥੇ ਪਰਮਨੈਂਟ ਰੈਜ਼ੀਡੈਂਟ ਲਈ ਅਪਲਾਈ ਕਰ ਸਕਦੇ ਹੋ, ਕਈਆਂ ਦੇ ਵਿੱਚੋਂ ਤੁਸੀਂ ਨਹੀਂ ਕਰ ਸਕਦੇ। ਤੇ ਜਿਹੜਾ ਐਗਰੀ ਫੂਡ ਪਾਇਲਟ ਪ੍ਰੋਜੈਕਟ ਹੁਣ ਸ਼ੁਰੂ ਹੋਇਆ ਹੈਗਾ ਉਹਦੇ ਵਿੱਚ ਵੀ ਤੁਸੀਂ ਗ੍ਰੇਡ 12 ਹੋਣੇ ਚਾਹੀਦੇ ਹੋ, 4 ਬੈਂਡ ਤੁਹਾਡੇ ਅੰਗਰੇਜ਼ੀ 'ਚ ਹੋਣੇ ਚਾਹੀਦੇ ਨੇ ਤੇ ਇਹਦੇ ਨਾਲ ਤੁਸੀਂ ਜਿਹੜਾ ਗ੍ਰੀਨ ਹਾਊਸ, ਨਰਸਰੀ, ਫਲੋਰੀਕਲਚਰ, ਮਸ਼ਰੂਮ ਫਾਰਮਿੰਗ ਇਹਨਾਂ 'ਚ ਹੀ ਕੰਮ ਕਰਦੇ ਹੋਣੇ ਚਾਹੀਦੇ ਹੋ। ਤੇ ਉਹ ਤੋਂ ਇਲਾਵਾ ਜੇ ਕਿਸੇ ਹੋਰ ਫੀਲਡ 'ਚ ਤੁਸੀਂ ਕੰਮ ਕਰਦੇ ਹੋ ਤਾਂ ਵੀ ਤੁਸੀਂ ਕੁਆਲੀਫਾਈ ਨਹੀਂ ਕਰ ਸਕਦੇ। ਬਿਲਕੁਲ ਜੀ, ਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਇਸ ਵਕਤ ਅਸੀਂ ਮਿਸਟਰ ਗੁਰਪ੍ਰੀਤ ਖਹਿਰਾ ਤੋਂ ਬਹੁਤ ਵਧੀਆ ਅਪਡੇਸ਼ਨਸ ਲੈਣੀਆਂ ਨੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜੋ ਨਵੀਆਂ ਅਪਡੇਸ਼ਨਸ ਆਈਆਂ ਨੇ। ਸੋ ਕਿਰਪਾ ਕਰਕੇ ਪਹਿਲਾਂ ਤੁਸੀਂ ਇਸ ਅਪਡੇਸ਼ਨਸ ਨੂੰ ਧਿਆਨ ਨਾਲ ਸੁਣਿਓ ਕਿਉਂਕਿ ਬਹੁਤ ਸਾਰੇ ਦਰਸ਼ਕਾਂ ਦੀਆਂ ਕੁਆਰੀਜ਼ ਹੁੰਦੀਆਂ। ਫਿਰ ਗੁਰਪ੍ਰੀਤ ਖਹਿਰਾ ਜੀ ਸਾਨੂੰ ਨੈਕਸਟ ਟਿਊਜ਼ਡੇ ਨੂੰ ਜਾ ਕੇ ਸਾਨੂੰ ਫਿਰ ਦੁਬਾਰਾ ਟਾਈਮ ਦੇਣਗੇ। ਸੋ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀ ਅਸੀਂ ਇਹਨਾਂ ਤੋਂ ਜਾਣਕਾਰੀ ਲੈ ਸਕੀਏ ਉਨੀ ਲਈਏ। ਜੇਕਰ ਤੁਸੀਂ ਆਪਣੇ ਕਿਸੇ ਪ੍ਰੋਸੈਸ ਜਾਂ ਫਾਈਲਿੰਗ ਬਾਰੇ ਪੁੱਛਣਾ ਅਸੀਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਫੋਨ ਨੰਬਰ ਨਾਲ ਲਿਖੇ ਹੋਏ ਨੇ ਆਫਿਸਸ ਤੇ, ਤੁਸੀਂ ਉੱਥੇ ਵੌਇਸ ਮੈਸੇਜ ਛੱਡ ਸਕਦੇ ਹੋ, ਤੁਹਾਨੂੰ ਬੈਕ ਕਾਲ ਕੀਤੀ ਜਾਏਗੀ। ਸਰ ਆਪਾਂ ਜਿਵੇਂ ਐਕਸੈਂਪਸ਼ਨਸ ਦੀ ਗੱਲ ਕਰ ਰਹੇ ਸੀ, ਤੁਸੀਂ ਦੱਸਿਆ ਸੀ ਕਿ ਯੂਐਸ ਬਾਰਡਰ ਤੋਂ ਵੀ ਨਾਲ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਨੇ। ਕੌਣ ਇਸ ਵਕਤ ਯੂਐਸ ਬਾਰਡਰ ਨੂੰ ਕ੍ਰਾਸ ਕਰ ਸਕਦਾ, ਕੌਣ ਨਹੀਂ ਕਰ ਸਕਦਾ, ਇਹਦੇ ਬਾਰੇ ਮੈਂ ਤੁਹਾਨੂੰ ਪੁੱਛੂੰਗੀ। ਪਹਿਲਾਂ ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਕੈਲਗਰੀ ਤੋਂ ਬੋਲਦਾ ਸੀ, ਅਜੇ ਟਰੱਕ ਡਰਾਈਵਰ ਜੀ ਸਰ, ਦੱਸੋ ਕੀ ਪੁੱਛਣਾ ਤੁਸੀਂ? ਮੇਰਾ ਸਾਡੀ ਪ੍ਰੋਬਲਮ ਹੈ ਟਰੱਕ ਡਰਾਈਵਰ ਜਿਹੜੀ ਵੀ ਇੱਥੇ ਵਰਕ ਪਰਮਿਟ ਤੇ ਕੰਮ ਕਰਦੇ ਸਾਰੀ ਕੈਨੇਡਾ ਦੇ ਵਿੱਚ। ਸਾਡੀ ਨਾ ਜਿਹੜੀ ਫੈਮਿਲੀ ਆ ਉਹਨੂੰ ਵਿਜ਼ਟਰ ਗਵਰਨਮੈਂਟ ਨੇ ਵੀਜ਼ਾ ਨਹੀਂ ਦਿੰਦੀ। ਗਵਰਨਮੈਂਟ ਕਹਿੰਦੇ ਤੁਸੀਂ ਵਾਪਸ ਨਹੀਂ ਆਉਣਾ ਕਿਉਂਕਿ ਟਰੱਕ ਡਰਾਈਵਰ ਖਾਸ ਕਰੀ ਸੀ ਕੈਟਾਗਰੀ ਚ ਆਉਂਦੇ ਆ ਇੱਥੇ ਕੈਨੇਡਾ ਦੇ ਵਿੱਚ ਜੀ। ਤੇ ਜਦੋਂ ਵੀ ਅਸੀਂ ਫੈਮਿਲੀ ਦਾ ਵੀਜ਼ਾ, ਬੱਚਿਆਂ ਦਾ ਜਾਂ ਵਾਈਫ ਦਾ ਵੀਜ਼ਾ ਅਪਲਾਈ ਕਰਦੇ ਟਰੱਕ ਡਰਾਈਵਰ ਤੇ 99% ਰਿਫਿਊਜ਼ ਆ ਜਾਂਦੇ ਕਿ ਤੁਸੀਂ ਵਾਪਸ ਨਹੀਂ ਜਾਣਾ। ਆ ਦੂਜੀਆਂ ਕੈਟਾਗਰੀਆਂ ਦੇ ਵਿੱਚ ਜਿਨ੍ਹਾਂ ਸਾਡੇ ਨਾਲ ਪੇ ਵੀ ਘੱਟ ਹੈ, ਪਲੰਬਰ ਅਦਰ ਹੋਰ ਹੋ ਗਏ ਜੀ, ਕੋਈ ਗਰਾਈ ਵਾਲਾ ਕੋਈ ਵੀ, ਉਹਨਾਂ ਦੀ ਸਾਡੇ ਨਾਲ ਪੇ ਵੀ ਘੱਟ ਹੁੰਦੀ ਹੈ। ਉਹਨਾਂ ਦੀ 2-3 ਹਜ਼ਾਰ ਰੁਪਏ ਪੇ ਹੁੰਦੀ ਡਾਲਰ ਮਹੀਨੇ ਦੀ ਤੇ ਸਾਡੀ 6,000 ਡਾਲਰ ਪੇ ਆ ਜੀ। ਸਾਨੂੰ ਇੰਨਾ ਅਸੀਂ ਟੈਕਸ ਭਰਦੇ ਆ। ਕਰੋਨਾ ਵਾਇਰਸ ਦੇ ਵਿੱਚ ਵੀ ਅਸੀਂ ਮੂਹਰੇ ਹੋ ਕੇ ਲੜੇ ਆ, ਅਸੀਂ ਪੇ ਨਹੀਂ ਲਈ, ਫ੍ਰੀ ਪੈਸੇ ਨਹੀਂ ਲੈ ਘਰੇ ਬਹਿ ਕੇ ਕਿਸੇ ਨੇ ਵੀ, ਸਾਰੇ ਕੰਮ ਦੇ ਆ। ਪਰ ਗਵਰਨਮੈਂਟ ਸਾਨੂੰ ਵੀਜ਼ਾ, ਸਾਡੀ ਫੈਮਿਲੀ ਨੂੰ ਵਿਜ਼ਟਰ ਵੀਜ਼ਾ ਦੇ ਦੇਵੇ, ਸਾਨੂੰ ਕਮ ਸੇ ਕਮ ਮਿਲਦਾ ਸਾਡੀ ਫੈਮਿਲੀ ਸਾਡੀ ਜੀ ਫੈਮਿਲੀ ਮਿਲਣ ਦਾ ਟਾਈਮ ਨਹੀਂ ਦੇ ਰਹੇ ਸਾਨੂੰ। ਸਰ ਤੁਸੀਂ ਇਹ ਪੁੱਛਣਾ, ਰਿਕੁਐਸਟ ਕਰਦੇ ਸਾਨੂੰ, ਤੁਸੀਂ ਇਹੀ ਜਾਣਨਾ ਚਾਹੁੰਦੇ ਹੋ ਵਿਜ਼ਟਰ ਵੀਜ਼ਾ ਦੇ ਬਾਰੇ ਵਿੱਚ ਕਿ ਡਰਾਈਵਰਸ ਦੀ ਫੈਮਿਲੀਜ਼ ਨੂੰ ਵਿਜ਼ਟਰ ਵੀਜ਼ਾ ਤੋਂ ਮਨਾਹੀ ਕਿਉਂ ਕੀਤੀ ਜਾ ਰਹੀ ਹੈ? ਖੈਰਾ ਜੀ, ਆਪਾਂ ਇਹਦੇ ਬਾਰੇ ਕੋਈ ਇਹਨਾਂ ਨੂੰ ਦੱਸ ਸਕਦੇ ਹਾਂ ਕੁਝ ਇਸ ਵਕਤ ਜੋ ਹਾਲਾਤ ਚੱਲ ਰਹੇ ਨੇ? ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਜੀ ਸਰ, ਪਹਿਲਾਂ ਵੀ ਦਿੰਦੇ ਸੀਗੇ, ਹੁਣ ਤਾਂ ਕਰੋਨਾ ਤੋਂ ਪਹਿਲਾਂ ਦਿੰਦੇ। ਬਿਲਕੁਲ, ਆਪਾਂ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਐਜ਼ ਅ ਟਰੱਕ ਡਰਾਈਵਰ, ਕੀ ਐਕਸੈਂਪਸ਼ਨਸ ਹੈਗੀਆਂ ਨੇ ਜਾਂ ਕਿਸ ਤਰੀਕੇ ਨਾਲ ਅਸੀਂ ਅਪਲਾਈ ਕਰ ਸਕਦੇ ਹਾਂ, ਉਹਦੇ ਬਾਰੇ ਤੁਹਾਨੂੰ ਕੋਸ਼ਿਸ਼ ਕਰ ਸਕਦੇ ਹਾਂ ਦੱਸਣ ਦੀ। ਬਾਕੀ ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਆ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ 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 ਜੀ, ਮੈਂ ਆਪਣੇ ਦਰਸ਼ਕ ਨੂੰ ਕਹਾਂਗੀ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਟੀਵੀ ਸਕਰੀਨ ਤੇ ਸਾਡੀ ਆਵਾਜ਼ ਸੁਣਨ ਦੀ ਜਗ੍ਹਾ ਤੁਸੀਂ ਸਾਡੇ ਨਾਲ ਡਾਇਰੈਕਟ ਫੋਨ ਤੇ ਕਾਲ ਕਰੋ। ਜੀ ਸਰ, ਮਿਸਟਰ ਜਿਹੜੇ ਇਸ ਵਕਤ ਕੈਲਗਰੀ ਤੋਂ ਕਾਲ ਕੀਤੀ ਸੀ ਟਰੱਕ ਡਰਾਈਵਰ, ਉਹਨਾਂ ਦਾ ਮੁਸ਼ਕਿਲ ਹੈ ਇਸ ਵਕਤ ਫੈਮਲੀਜ਼ ਨੂੰ। ਸਰ, ਪਹਿਲਾਂ ਵੀ ਨਹੀਂ ਮਿਲਦੀਆਂ ਸੀ ਡਰਾਈਵਰਸ ਨੂੰ, ਦੀ ਫੈਮਲੀਜ਼ ਨੂੰ ਵੀਜ਼ਾ? ਤਰਨ ਜਿਹੜੇ ਉਹਨਾਂ ਨੇ ਕੰਪੇਅਰ ਕੀਤਾ ਹੈਗਾ ਦੂਜੇ ਕੈਟਾਗਰੀਜ਼ ਜਿਵੇਂ ਪਲੰਬਰ ਹੋਰ ਨੂੰ, ਜਿਹੜੀ ਇਹ ਵੀਜ਼ਾ ਮਿਲਣਾ ਦਾ ਪ੍ਰੋਸੈਸ ਹੈਗਾ ਇਹ ਸੈਕਸ਼ਨ 205 ਹੈ, ਕਾਨੂੰਨ ਦੀ ਧਾਰਾ 205 ਦੇ ਥੱਲੇ ਹੈ, ਜਿੱਥੇ ਕਿ ਇਹਨੂੰ LMIA ਐਗਜ਼ੈਂਪਟ ਓਪਨ ਵਰਕ ਪਰਮਿਟ ਹੈ ਜਿਹੜਾ ਮਿਲ ਸਕਦਾ। ਸੋ ਜਿਹੜਾ ਵੀ ਕੋਈ ਸਪਾਊਸ ਹੈਗਾ ਉਸ ਵਰਕਰ ਦਾ ਜਿਹੜਾ O, A ਜਾਂ B ਕੈਟਾਗਰੀ ਦੇ ਵਿੱਚ ਉਹ ਕੰਮ ਕਰਦਾ ਤਾਂ ਉਹ ਐਲੀਜੀਬਲ ਹੈਗਾ ਓਪਨ ਵਰਕ ਪਰਮਿਟ ਲਈ, ਜਿਹੜਾ ਕਿ ਐਗਜ਼ੈਂਪਸ਼ਨ ਕੋਡ 341 ਦੇ ਥੱਲੇ ਆਉਂਦਾ ਹੈਗਾ। ਤੇ ਜਿਹੜੇ C and D ਦੇ ਥੱਲੇ ਆਉਂਦੇ ਨੇ ਉਹ ਐਲੀਜੀਬਲ ਨਹੀਂ ਹੈਗੇ ਆ। ਸੋ ਇਹਦੇ 'ਚ ਤਾਂ ਜਿਹੜਾ ਮਿਨਿਸਟਰ ਆਫ ਇਮੀਗ੍ਰੇਸ਼ਨ ਹੈ ਉਹਨੂੰ ਕਾਨੂੰਨ 'ਚ ਕੋਈ ਰਿਕੁਆਇਰਮੈਂਟ ਚੇਂਜ ਕਰਨੀ ਪੈਣੀ ਹੈ ਤਾਂ ਹੀ ਉਹ ਐਲੀਜੀਬਲ ਹੋਣਗੇ, ਪਰ ਉਹ ਫਿਲਹਾਲ ਨਹੀਂ ਹੈਗੇ। ਤੇ ਦੂਜਾ ਐਸਪੈਕਟ ਹੈ ਉਹਨਾਂ ਦਾ ਵਿਜ਼ਿਟਰ ਵੀਜ਼ਾ ਲਈ, ਕਿਉਂਕਿ ਉਹਨੂੰ ਵਿਜ਼ਿਟਰ ਵੀਜ਼ਾ ਜਿਹੜਾ ਉਹ ਰਿਫਿਊਜ਼ ਕਰ ਦਿੱਤਾ ਜਾਂਦਾ। ਵਿਜ਼ਿਟਰ ਵੀਜ਼ਾ ਲਈ ਕ੍ਰਾਈਟੇਰੀਆ ਹੀ ਬਿਲਕੁਲ ਵੱਖਰਾ ਹੈਗਾ, ਉਹਦੇ 'ਚ ਕੋਈ ਐਗਜ਼ੈਂਪਸ਼ਨ ਨਹੀਂ ਹੈਗੀ ਹੈ, ਉਹ ਸਭ ਲਈ ਇੱਕੋ ਤਰੀਕੇ ਨਾਲ ਦੇਖਿਆ ਜਾਂਦਾ। ਸੋ ਜਿਹੜਾ ਸੈਕਸ਼ਨ 179B ਹੈਗਾ ਉਹ ਜਿਹੜੀਆਂ ਗੱਲਾਂ ਜਿਹੜਾ ਡਿਸਕ੍ਰਿਸ਼ਨ ਹੈਗਾ ਉਹ ਹੈਗਾ ਸਭ ਤੋਂ ਪਹਿਲਾਂ ਤਾਂ ਆਫਿਸਰ ਦੇਖੇ ਕਿ ਇਸ ਇੰਡੀਵਿਜੂਅਲ ਦਾ ਕੀ ਪਰਪਸ ਹੈ, ਕਿਉਂ ਜਾਣਾ ਚਾਹੁੰਦਾ ਹੈਗਾ। ਦੂਜਾ ਉਹ ਦੇਖੇ ਕਿ ਇਨਫ ਫਾਈਨੈਂਸ਼ੀਅਲ ਐਬਿਲਿਟੀ ਹੈਗੀ ਹੈ ਕਿ ਜਿਹੜਾ ਬੰਦਾ ਜਾ ਰਿਹਾ ਉਹ ਇਹਨੂੰ ਫੁਲਫਿਲ ਕਰ ਸਕਦਾ ਹੈ। ਤੇ ਤੀਜਾ ਉਹ ਵਾਪਸ ਆਊਗਾ ਕਿ ਨਹੀਂ ਆਊਗਾ। ਹੁਣ ਜੀ ਮੈਂ ਆਪਣੇ ਕਾਲਰ ਨੂੰ ਕਹਾਂਗੀ 1 ਮਿੰਟ ਲਈ ਪਲੀਜ਼ ਹੋਲਡ ਰਹੋ ਜੀ। ਟਰੱਕ ਡਰਾਈਵਰ ਚਾਹੇ ਕੈਨੇਡਾ ਚੋਂ ਕਿੰਨੇ ਵੀ ਫਾਈਨੈਂਸ਼ੀਅਲੀ ਏਬਲ ਹੈਗੇ ਆ, ਸਟੇਬਲ ਹੈਗੇ ਨੇ, ਉਹਨਾਂ ਦੀ ਫਾਈਨੈਂਸ਼ੀਅਲ ਐਬਿਲਿਟੀ ਬਾਰੇ ਤਾਂ ਵਿਚਾਰ ਨਹੀਂ ਕਰਨਾ।
ਜਿਹੜਾ ਵਿਚਾਰ ਕਰਨਾ ਹੈ ਉਹ ਜਿਹੜੇ ਇੰਡੀਵਿਜੂਅਲ ਨੇ ਆਉਣਾ ਉਸ ਦੀ ਫਾਈਨੈਂਸ਼ੀਅਲ ਐਬਿਲਿਟੀ ਬਾਰੇ ਵਿੱਚ ਕਰਨਾ ਹੈ। ਸੋ ਜੇ ਟਰੱਕ ਡਰਾਈਵਰ ਦੀ ਵਾਈਫ ਹੈਗੇ ਆ ਜਾਂ ਉਹਨਾਂ ਦੇ ਹਸਬੈਂਡ ਹੈਗੇ ਆ ਤੇ ਉਹਨਾਂ ਕੋਲੇ ਲਾਈਕੋ ਕ੍ਰਾਈਟੇਰੀਆ ਨੂੰ ਮੀਟ ਕਰਨ ਜੋਗੇ ਪੈਸੇ ਆ। ਸੋ ਲਾਈਕੋ ਜਿਹੜਾ ਹੈਗਾ ਉਹ ਹੈਗਾ ਲੋ ਇਨਕਮ ਕਟ ਆਫ। ਲੋ ਇਨਕਮ ਕਟ ਆਫ ਦੇ ਲਈ ਤਕਰੀਬਨ $25,000 ਹੈ। ਮੰਨ ਲਓ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਉਹ $25,000 ਕੈਨੇਡੀਅਨ ਇਕੁਇਵਲੈਂਟ ਪੈਸੇ ਹੈਗੇ, 6 ਮਹੀਨੇ ਤੋਂ ਪੁਰਾਣੇ ਹੈਗੇ ਆ, ਤੁਸੀਂ ਟੈਕਸਸ ਫਾਈਲ ਕਰਦੇ ਹੋ, ਤੁਸੀਂ ਆਪਣੇ ਕੰਟਰੀ ਦੇ ਵਿੱਚ ਮੰਨੇ ਜਾਂਦੇ ਹੋ ਕਿ ਤੁਸੀਂ ਫਾਈਨੈਂਸ਼ੀਅਲੀ ਏਬਲ ਹੈਗੇ। ਜੋ ਪੈਸੇ ਨੇ ਤੁਹਾਨੂੰ, ਚਾਹੇ ਇੱਥੇ ਜਿਹੜਾ ਬੰਦਾ ਜਿੰਨੇ ਮਰਜ਼ੀ ਪੈਸੇ ਬਣਾ ਰਿਹਾ ਉਹ ਬਿਲਕੁਲ ਕੋਈ ਫਰਕ ਨਹੀਂ ਪਾਊਗਾ, ਕਿਉਂਕਿ ਉਹਦਾ ਨਹੀਂ ਜਿਹੜੇ ਨੇ ਆਉਣਾ ਉਹ ਉਸ ਇੰਡੀਵਿਜੂਅਲ ਦਾ ਕੇਸ ਹੈਗਾ। ਉਸ ਤੋਂ ਬਾਅਦ ਤੁਸੀਂ ਐਸਟੈਬਲਿਸ਼ਡ ਹੈਗੇ ਹੋ ਆਪਣੇ ਹੋਮ ਕੰਟਰੀ ਦੇ ਵਿੱਚ, ਤੁਸੀਂ ਕੋਈ ਨੌਕਰੀ ਕਰ ਰਹੇ ਹੋ, ਤੁਸੀਂ ਕੋਈ ਬਿਜ਼ਨਸ ਕਰ ਰਹੇ ਹੋ, ਤੁਸੀਂ ਖੇਤੀਬਾੜੀ ਦਾ ਕਾਰੋਬਾਰ ਕਰਦੇ ਹੋ, ਆਪਣੇ ਟੈਕਸ ਭਰਦੇ ਹੋ, ਤੇ ਸਰਟਨ ਸਮੇਂ ਬਾਅਦ ਤੁਸੀਂ ਵਾਪਸ ਚਲੇ ਜਾਣਾ ਹੈ। ਇਹ ਜਿਹੜੀਆਂ ਚੀਜ਼ਾਂ ਨੇ ਇਹੀ ਕ੍ਰਾਈਟੇਰੀਆ ਦੇਖਿਆ ਜਾਂਦਾ ਹੈ। ਸੋ ਜੇ ਇੱਥੋਂ ਇੰਡੀਵਿਜੂਅਲ ਕਹਿੰਦਾ ਹੈਗਾ ਕਿ ਮੈਂ 120,000 ਜਾਂ 140,000 ਸਾਲ ਦਾ ਕਮਾਉਣਾ ਤੇ ਮੈਂ ਉਹ ਬੁਲਾਉਣਾ ਚਾਹੁੰਦਾ, ਉਹ ਮੈਟਰ ਨਹੀਂ ਕਰੂਗਾ। ਜਿਹੜੇ ਬੰਦੇ ਨੇ ਆਉਣਾ ਹੈ ਉਹ ਮੈਟਰ ਕਰੂਗਾ। ਸੋ ਉਹਦੀ ਫਾਈਨੈਂਸ਼ੀਅਲ ਐਬਿਲਿਟੀ ਜੇ ਹੈਗੀ ਆ ਤਾਂ ਸਰਟਨਲੀ ਉਹਨਾਂ ਨੂੰ ਵੀਜ਼ਾ ਮਿਲ ਜੂਗਾ। ਤੇ ਦੂਜਾ, ਹੁਣ ਕਿਉਂਕਿ ਇਹ ਅਸੈਂਸ਼ੀਅਲ ਸਰਵਿਸਿਜ਼ ਦੇ ਥੱਲੇ ਹੈਗੇ ਆ ਜਿਹੜੇ ਟਰੱਕ ਡਰਾਈਵਰਸ ਹੈਗੇ ਆ, ਤੇ ਉਹ ਅਸੈਂਸ਼ੀਅਲ ਸਰਵਿਸਿਜ਼ ਦੇ ਥੱਲੇ ਵੀ ਉਹ ਇਸ ਨੂੰ ਆਧਾਰ ਬਣਾ ਕੇ ਜਿਹੜਾ ਆਪਦਾ ਅਪਲਾਈ ਕਰ ਸਕਦੇ ਆ, ਕਿਉਂਕਿ ਉਹ ਕੈਨੇਡਾ ਨੂੰ ਅਸੈਂਸ਼ੀਅਲ ਸਰਵਿਸ ਪ੍ਰੋਵਾਈਡ ਕਰ ਰਹੇ ਨੇ। ਜਿਵੇਂ ਉਹਨਾਂ ਦੱਸਿਆ ਕਿ ਅਸੀਂ ਘਰੇ ਬੈਠੇ ਅਸੀਂ ਇਹ ਲੜਾਈ ਦੇ ਵਿੱਚ ਉਹਨਾਂ ਕੰਟਰੀਬਿਊਟ ਕੀਤਾ, ਤਾਂ ਸਰਟਨਲੀ ਉਹਨੂੰ ਉਸ ਤਰੀਕੇ ਨਾਲ ਵੀ ਦੇਖਿਆ ਜਾਵੇ। ਬਿਲਕੁਲ ਜੀ, ਮੈਂ ਆਪਣੇ ਦਰਸ਼ਕ ਨੂੰ ਵੀ ਇਹੀ ਕਹਿਣਾ ਚਾਹਾਂਗੀ ਜਿਨ੍ਹਾਂ ਨੇ ਹੁਣੇ ਕਾਲ ਕੀਤੀ ਸੀ ਕਿ ਤੁਹਾਨੂੰ ਉਹ ਪਰਸਨਲੀ ਜ਼ਰੂਰ ਕਾਲ ਕਰਕੇ ਇਸ ਬਾਰੇ ਡਿਟੇਲ 'ਚ ਜਾਣਕਾਰੀ ਲੈਣ, ਕਿਉਂਕਿ ਸਰ ਅੱਗੇ ਵੀ ਸਾਨੂੰ ਟਰੱਕ ਡਰਾਈਵਰਸ ਵੀਰਾਂ ਦੇ ਬਹੁਤ ਕਾਲਸ ਆਉਂਦੀਆਂ ਨੇ ਕਿ ਉਹ ਆਪਣੀ ਫੈਮਿਲੀ ਨੂੰ ਕਿਵੇਂ ਬੁਲਾਉਣ। ਸੋ ਗੁਰਪ੍ਰੀਤ ਖਹਿਰਾ ਜੀ ਨੂੰ ਉਹਨਾਂ ਦੇ ਹੇਠ ਲਿਖੇ ਨੰਬਰਸ ਤੇ ਤੁਸੀਂ ਕਾਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਇੱਕ ਕਾਲਰ ਹੋ ਜੁੜ ਗਏ ਨੇ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ, ਮੁਆਫੀ ਚਾਹਾਂਗੇ ਜੀ ਤੁਹਾਨੂੰ ਕਾਫੀ ਸਮੇਂ ਤੱਕ ਹੋਲਡ ਕਰਾਇਆ ਜੀ। ਦੱਸੋ ਕੀ ਪੁੱਛਣਾ ਚਾਹੁੰਦੇ ਹੋ ਸਰ? ਕੋਈ ਗੱਲ ਨਹੀਂ, ਮੈਂ ਜੀ ਇਟਲੀ ਤੋਂ ਬੋਲਦਾ ਜੀ ਸਰ। ਤੇ ਮੈਂ ਇੱਥੇ 15 ਸਾਲ ਤੋਂ ਕੋਈ ਕੰਮ ਕਰਦਾ ਨਰਸਰੀ ਦਾ। ਤੇ ਜੇ ਅਸੀਂ ਟੂਰਿਸਟ ਆ ਜਾਈਏ ਜਾਂ ਮੇਰੇ ਕੋਲ ਸਿਟੀਜ਼ਨ ਮੇਰੀ 1 ਮਹੀਨੇ ਤੱਕ ਆਉਣੀ ਆ, 1-2 ਮਹੀਨੇ ਲੱਗ ਸਕਦੇ ਆ। ਸਿਟੀਜ਼ਨ ਲੈ ਕੇ ਆਉਂਦਾ ਫਾਇਦਾ ਜਾਂ ਜਾਨੀ ਟੂਰਿਸਟ ਵੀਜ਼ੇ 'ਚ ਆ ਜਾਈਏ ਉਹਦਾ ਫਾਇਦਾ, ਕੁਛ ਹੈਗਾ ਫਾਇਦਾ ਜਾਂ ਨਹੀਂ? ਜੀ ਗੁਰਪ੍ਰੀਤ ਖਹਿਰਾ ਜੀ ਇਹ ਕਹਿ ਰਹੇ ਨੇ ਕਿ 15 ਸਾਲ ਤੋਂ ਨਰਸਰੀ ਦਾ ਕੰਮ ਕਰ ਰਹੇ ਨੇ ਇਟਲੀ ਦੇ ਵਿੱਚ। ਸੋ PR ਇਹਨਾਂ ਦੀ ਸਿਟੀਜ਼ਨਸ਼ਿਪ ਆਉਣ ਵਾਲੀ ਹੈ, ਉਹ ਟੂਰਿਸਟ ਵੀਜ਼ਾ ਲਗਾਉਣਾ ਚਾਹੁੰਦੇ ਨੇ। ਇਸੇ ਟਾਈਮ ਲਗਾਉਣਾ ਬੈਟਰ ਹੈ ਜਾਂ PR ਸਿਟੀਜ਼ਨਸ਼ਿਪ ਲੈਣ ਤੋਂ ਬਾਅਦ ਬੈਟਰ ਹੋਏਗਾ? ਆਪਾਂ ਇਹਨਾਂ ਨੂੰ ਕੁਝ ਪੁੱਛਣਾ ਜਾਂ ਟੀਵੀ ਸਕਰੀਨ ਤੇ ਆਨਸਰ ਦੇਈਏ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਜੀ ਮੈਂ ਬ੍ਰੈਂਪਟਨ ਤੋਂ ਬੋਲ ਰਹੀ ਹਾਂ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਕੀ ਪੁੱਛਣਾ ਜੀ? ਹਾਂਜੀ, ਮੈਂ ਖਹਿਰਾ ਸਾਹਿਬ ਨੂੰ ਪੁੱਛਣਾ ਸੀ ਕਿ ਵੀ ਮੈਨੂੰ ਮੈਂ ਵਿਜ਼ਟਰ ਆਈ ਸੀ ਲਾਸਟ ਈਅਰ, ਤੇ ਉਹਦੇ 'ਚ ਮੈਂ 1 ਵਾਰੀ ਦਾ 6 ਮੰਥ ਦੀ ਐਕਸਟੈਂਸ਼ਨ ਲੈ ਲਈ ਸੀ, ਹੈ ਨਾ, ਵੀ LMI ਲੈਣੀ ਸੀ ਮੈਂ। ਤੇ ਹੁਣ ਮੈਂ ਦੁਬਾਰਾ ਫਿਰ ਮਤਲਬ ਕਿ ਐਕਸਟੈਂਸ਼ਨ ਪਾਈ ਆ ਤੇ ਮੈਂ ਜੌਬ ਲੈਟਰ ਨਾਲ ਲਾਈ ਹੈ, ਜੌਬ ਆਫਰ ਲੈਟਰ ਮੈਨੂੰ ਮਿਲ ਗਈ ਸੀ। ਜੀ ਮੈਂ ਦੁਬਾਰਾ ਹੁਣ ਫਿਰ ਐਕਸਟੈਂਸ਼ਨ ਲਾਈ ਹੈ ਕਿ ਕੀ ਮੈਨੂੰ ਐਕਸਟੈਂਸ਼ਨ ਮਿਲ ਜੂਗੀ ਸਾਨੂੰ? ਜੀ ਤੁਸੀਂ LMIA ਬੇਸਡ ਵਰਕ ਪਰਮਿਟ? ਮੈਮ ਤੁਹਾਡੇ ਕੋਲ LMIA ਬੇਸਡ ਵਰਕ ਪਰਮਿਟ ਹੈ? ਹਾਂਜੀ, ਨਹੀਂ ਵਰਕ ਪਰਮਿਟ ਨਹੀਂ ਹੈਗਾ। LMI ਮਤਲਬ ਕਿ ਮੈਨੂੰ ਆਫਰ ਹੋਈ ਹੈ, LMI ਮਿਲਣੀ ਆ ਤੇ ਮੈਨੂੰ, ਤੇ ਉਹਨੇ ਮੈਨੂੰ ਜੌਬ ਲੈਟਰ ਦੇ ਦਿੱਤੀ ਸੀਗੀ। ਜੀ ਸਰ LMIA ਮਿਲਣੀ ਹੈ ਬਟ ਜੌਬ ਲੈਟਰ ਮਿਲ ਚੁੱਕੀ ਹੈ। ਜੌਬ ਲੈਟਰ ਜਿਹੜੀ ਉਹ ਮੈਨੂੰ ਉਹਨਾਂ ਨੇ ਜੀ 1 ਮਿੰਟ ਮੈਮ ਜੀ ਐਕਸਟੈਂਸ਼ਨ ਪਾਈ ਹੈ। ਜੀ ਬਿਲਕੁਲ ਸਰ, ਕੁਝ ਪੁੱਛਣਾ ਆਪਾਂ ਜਾਂ ਆਨਸਰ ਦੇਈਏ? ਨਹੀਂ ਆਨਸਰ ਦੇ ਸਕਦੇ LMIA ਆਫਰ ਮਿਲਣਾ ਜੀ। ਤੁਸੀਂ ਟੀਵੀ ਸਕਰੀਨ ਤੇ ਮੈਮ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਸਿਆਟਲ ਤੋਂ ਬੋਲ ਰਿਹਾ ਜੀ। ਮੈਂ ਗੁਰਪ੍ਰੀਤ ਸਿੰਘ ਜੀ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਸੀ। ਮੇਰੇ ਸਿਸਟਰ ਨੇ ਅਪਲਾਈ ਕਰਨਾ ਸੀ ਵੈਂਕੂਵਰ ਦੇ ਵਿੱਚ ਫੇਅਰਲਾਈਟ ਡਿਕਿੰਸਨ ਯੂਨੀਵਰਸਿਟੀ ਦੇ ਵਿੱਚ। ਉਹਨਾਂ ਦੀ ਜਿਹੜੀ ਫੀਸ ਆ ਉਹ $US ਦੇ ਵਿੱਚ ਹੈ ਤੇ ਸਿਸਟਰ ਮੇਰੀ ਇੰਡੀਅਨ ਨੇ, ਉਹਨਾਂ ਨੇ ਹਾਲੇ ਵੀਜ਼ਾ ਅਪਲਾਈ ਕਰਨਾ ਹੈ। ਕੀ ਮੈਂ ਉਹਨਾਂ ਦੀ ਫੀਸ ਇੱਥੋਂ ਸਿਆਟਲ ਤੋਂ ਫਾਈਲ ਕਰ ਸਕਦਾ, ਭਰ ਸਕਦਾ ਫੀਸ ਮੈਂ? ਤੇ ਜੇ ਮੈਂ ਸਿਆਟਲ ਤੋਂ ਭਰਾਂ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਵੀਜ਼ਾ ਦੇ ਵਿੱਚ, ਜਾਂ ਫਿਰ ਸਾਨੂੰ ਇੰਡੀਆ ਤੋਂ ਹੀ ਭਰਨੀ ਚਾਹੀਦੀ ਹੈ? ਜੀ ਸਰ, ਆਪਾਂ ਸਵਾਲ ਦਾ ਜਵਾਬ ਦਈਏ ਜਾਂ ਕੁਝ ਪੁੱਛਣਾ ਇਹਨਾਂ ਤੋਂ? ਤੁਸੀਂ ਜੀ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ?
ਮੈਂ ਜੀ ਵਿਕਟੋਰੀਆ ਤੋਂ ਬੋਲ ਰਿਹਾ ਜੀ। ਜੀ ਸਰ ਦੱਸੋ ਕੀ ਪੁੱਛਣਾ। ਅਸੀਂ ਜੀ ਪੁੱਛਣਾ ਸੀਗਾ ਵੀ ਮੇਰੀ ਮਿਸਟਰੀ ਦਾ ਆਪਰੇਸ਼ਨ ਹੋਣਾ ਗੋਡੇ ਦਾ ਸਰਜਰੀ, ਤੇ ਉਹਨੂੰ ਸਾਂਭਣ ਵਾਸਤੇ ਮੇਰੇ ਕੋਲ ਕੋਈ ਹੋਰ ਲੇਡੀ ਹੈ ਨਹੀਂ ਗੀ। ਅਸੀਂ ਦੋਵੇਂ ਜੀ ਰਹਿੰਦੇ ਇੱਥੇ ਕੈਨੇਡਾ ਜੀ। ਤੇ ਅਸੀਂ ਕਹਿੰਦੇ ਵੀ ਮੇਰੀ ਨਹੁੰ ਆ ਉੱਥੇ, ਵੀ ਉਹਨੂੰ ਸਾਂਭਣਾ ਕਰਵਾ ਸਕਦੀ ਇੱਥੇ। ਜੀ ਗੁਰਪ੍ਰੀਤ ਜੀ ਕੁਝ ਇਹਨਾਂ ਨੂੰ ਪੁੱਛਣਾ ਜਾਂ ਆਪਾਂ ਆਨਸਰ ਦਈਏ। ਨਹੀਂ ਜੀ, ਆਪਾਂ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਮੈਂ ਆਪਣੇ ਸਰਵਰ ਟੀਮ ਨੂੰ ਕਹਾਂਗੀ ਕੁਝ ਸਮੇਂ ਲਈ ਕਾਲਸ ਜਿਹੜੀਆਂ ਹੋਲਡ ਕੀਤੀਆਂ ਜਾਣ। ਜੀ ਸਰ ਆਪਾਂ ਗੱਲਬਾਤ ਕਰ ਰਹੇ ਸੀ ਇਟਲੀ ਤੋਂ, ਜਿਨ੍ਹਾਂ ਦਾ ਕਹਿਣਾ ਸੀ ਕਿ ਨਰਸਰੀ ਦਾ ਕੰਮ ਕਰਦੇ ਨੇ ਤੇ ਕਦੋਂ ਆਉਣਾ ਬੈਟਰ ਹੋਏਗਾ। ਸਿਟੀਜ਼ਨਸ਼ਿਪ ਵੀ ਆਉਣ ਵਾਲੀ ਹੈ। ਸੋ ਕੋਈ ਫਰਕ ਨਹੀਂ ਪੈਂਦਾ ਜੀ ਕੈਨੇਡਾ ਲਈ, ਚਾਹੇ ਉਹ ਟੈਲੈਂਟ ਨੇ ਚਾਹੇ ਇੰਡੀਅਨ ਫੋਰਨ ਨੈਸ਼ਨਲ ਵੀ ਹੈਗੇ ਨੇ, ਤੇ ਦੋਵਾਂ ਨੂੰ ਤਰੀਕੇ ਨਾਲ ਹੀ ਜਿਹੜਾ ਉਹਨਾਂ ਦੇ ਕੇਸ ਦੇ ਵਿੱਚ ਆ ਜਾਣਾ। ਦੂਜਾ ਜੇ ਉਹ ਨਰਸਰੀ ਵਰਕਰ ਨੇ ਤੇ ਉਹਨਾਂ ਨੂੰ ਨਰਸਰੀ ਦੇ ਵਿੱਚ ਕੋਈ ਪੋਜੀਸ਼ਨ ਆਫਰ ਕੀਤੀ ਆਉਂਦੀ ਉਹ ਵਰਕਰ ਲਈ ਅਪਲਾਈ ਕਰ ਸਕਦੇ ਹੈਗੇ ਆ। ਤੇ ਦੂਜਾ ਜਿਹੜੇ ਪਰ ਉਹ ਜੇ ਨਰਸਰੀ ਚ ਕੰਮ ਕਰਕੇ ਪਰਮਾਨੈਂਟ ਤਾਂ ਹੀ ਉਹ ਸਾਉਣਗੇ ਜੋ ਸਟੇਟ ਕਲਾਬ ਹੈਗੇ ਨੇ 4 ਬੈਂਕ ਉਹਨਾਂ ਦੇ ਅੰਗਰੇਜ਼ੀ ਚ ਹੈਗੇ ਤੇ ਬਾਅਦ ਉਹਨੂੰ ਕੱਟਣਾ ਹੈ। ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਕਿ ਉਹ ਇਟਾਲੀਅਨ ਸਿਟੀਜ਼ਨ ਨੇ ਜਾਂ ਉਹ ਇੰਡੀਅਨ ਸਿਟੀਜ਼ਨ ਨੇ, ਰਿਕੁਆਇਰਮੈਂਟ ਸਟਿਲ ਹੀ ਉਹਨਾਂ ਨੂੰ ਸੇਮ ਮੀਟ ਕਰਨੀਆਂ ਪੈਣਗੀਆਂ। ਜੀ ਬਿਲਕੁਲ। ਤੇ ਇਸ ਤੋਂ ਬਾਅਦ ਸਰ ਵਿਜ਼ਟਰ ਵੀਜ਼ਾ ਤੇ ਜਿਹੜੇ ਆਏ ਸੀ ਇਹਨਾਂ ਨੇ ਐਕਸਟੈਂਸ਼ਨ ਪਾਈ ਸੀ ਤੇ ਹੁਣ ਦੁਬਾਰਾ ਪਾਉਣਾ ਚਾਹੁੰਦੇ ਨੇ ਜੌਬ ਲੈਟਰ ਦੇ ਨਾਲ। ਜੀ ਤਰਨ, ਸੋ ਇੱਕ ਆਫਰ ਲੈਟਰ LMI ਤੇ ਉਸ ਤੋਂ ਬਾਅਦ ਤੁਸੀਂ ਉਸ ਬੇਸਿਸ ਤੇ ਐਕਸਟੈਂਸ਼ਨ ਅਪਲਾਈ ਕਰ ਰਹੇ ਹੋ। ਇਹ ਬਿਲਕੁਲ ਤੁਸੀਂ ਆਪਣਾ ਇੰਟੈਂਟ ਹੈ ਜਿਹੜਾ ਉਹ ਚੇਂਜ ਕਰ ਲਿਆ ਹੈ। ਪਹਿਲਾਂ ਤੁਸੀਂ ਵਿਜ਼ਿਟਰ ਦੇ ਤੌਰ ਤੇ ਕੈਨੇਡਾ ਆਏ ਸੀ, ਹੁਣ ਤੁਸੀਂ ਉਹਨੂੰ ਆਖ ਰਹੇ ਹੋ ਕਿ ਮੈਨੂੰ LMI ਮਿਲੂਗੀ, ਉਸ ਤੋਂ ਬਾਅਦ ਮੈਂ ਆਪਣਾ ਵਰਕ ਪਰਮਿਟ ਜਿਹੜਾ ਅਪਲਾਈ ਕਰੂੰਗਾ। ਇਹ ਕੇਸਿਸ ਅਕਸਰ ਐਕਸਟੈਂਸ਼ਨ ਜਿਹੜੀਆਂ ਉਹ ਹੋ ਜਾਂਦੀਆਂ ਨੇ ਇਸ ਮਾਮਲੇ ਦੇ ਵਿੱਚ। ਤਾਂ ਜੇ ਤਾਂ ਤੁਹਾਡੇ ਕੋਲ LMI ਹੈ ਤੁਸੀਂ ਤਾਂ ਵੀ ਕੈਨੇਡਾ ਅਪਲਾਈ ਨਹੀਂ ਕਰ ਸਕਦੇ ਐਜ਼ ਅ ਵਿਜ਼ਿਟਰ, ਨਹੀਂ ਕਰਦਾ। ਦੂਜਾ ਬਾਰਡਰ ਤੇ ਜਾ ਕੇ ਜੇ ਤੁਹਾਡੇ ਕੋਲ LMI ਹੈਗਾ ਤਾਂ ਬਾਰਡਰ ਤੇ ਅਪਲਾਈ ਕਰ ਸਕਦੇ ਹੋ, ਪਰ ਬਾਰਡਰ ਹਾਲੇ ਯੂਨਾਈਟਿਡ ਸਟੇਟਸ ਬਾਰਡਰ ਹਾਲੇ ਫਿਲਹਾਲ ਬੰਦ ਹੈ। ਇਹ ਤੋਂ ਬਾਅਦ ਜੇ ਉਹ ਬਾਰਡਰ ਖੁੱਲ ਵੀ ਜਾਂਦਾ ਹੈ ਤਾਂ ਕੀ CSA ਇਹਨਾਂ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨਾ ਸ਼ੁਰੂ ਕਰੂਗਾ ਜਾਂ ਨਹੀਂ ਕਰੂਗਾ, ਇਹ ਵੀ ਹਾਲੇ ਆਪਾਂ ਨੂੰ ਨਹੀਂ ਪਤਾ ਹੈਗਾ। ਟੈਕਨੀਕਲੀ ਇਹ CSA ਦਾ ਕੰਮ ਨਹੀਂ ਹੈਗਾ ਕਿ ਇਹ ਐਪਲੀਕੇਸ਼ਨ ਮੈਨੇਜਮੈਂਟ ਦਾ ਕੰਮ ਹੈਗਾ। ਪਿਛਲੇ ਲੰਬੇ ਸਮੇਂ ਤੋਂ ਇਹ ਵਿਚਾਰਾਂ ਵੀ ਹੁੰਦੀਆਂ ਆਈਆਂ ਨੇ ਕਿ ਇਹ ਐਪਲੀਕੇਟ ਹੈਗਾ ਕਿ ਕੈਨੇਡਾ ਬਾਰਡਰ ਸਰਵਿਸ ਇਹਨਾਂ ਐਪਲੀਕੇਸ਼ਨ ਨੂੰ ਪ੍ਰੋਸੈਸ ਕਰੇ ਜਾਂ ਉਹਦਾ ਕੰਮ ਤੇ ਕਰੰਟਲੀ ਉਹ ਪ੍ਰੋਸੈਸ ਨਹੀਂ ਕਰ ਰਹੇ ਹੈਗੇ। तो LMI भी है ਤਾਂ ਵੀ ਉਹ ਵਜਨ ਕੈਨੇਡਾ ਕਰ ਸਕਦੇ ਹੈਗੇ ਆ। ਤੇ ਦੂਸਰਾ ਇਹ ਆਪਣੀ ਐਪਲੀਕੇਸ਼ਨ ਫਾਈਲ ਕਰਨ ਤੋਂ ਪਹਿਲਾਂ ਸਲਾਹ ਮਸ਼ਵਰਾ ਜ਼ਰੂਰ ਕਰ ਲੈਣ ਕਿ ਉਹਨਾਂ ਦੀ ਜਿਹੜਾ ਉਹ ਬਹੁਤ। ਜੀ ਬਿਲਕੁਲ। ਸਵਾਸੀ ਸਰ ਦੀ ਕਾਲ ਆਈ ਸੀ ਸਿਆਟਲ ਤੋਂ, ਜਿਹੜਾ ਕਹਿ ਰਹੇ ਸੀ US ਡਾਲਰਸ ਦੇ ਵਿੱਚ ਫੀਸ ਉਹ ਉੱਥੋਂ ਪੇ ਕਰ ਸਕਦੇ ਨੇ, ਕੋਈ ਪ੍ਰੋਬਲਮ ਤਾਂ ਨਹੀਂ ਆਏਗੀ। ਹਾਂਜੀ, ਸੋ ਫੀ ਬਿਲਕੁਲ ਕੋਈ ਵੀ ਪੇ ਕਰ ਸਕਦਾ ਹੈ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ। ਪਰ ਜਿਹੜਾ ਇੰਡੀਵਿਜੂਅਲ ਹੈ ਉਹਨੂੰ ਸੈਕਸ਼ਨ 320 ਦੀਆਂ ਰਿਕੁਆਇਰਮੈਂਟ ਜ਼ਰੂਰ ਕਰਨੀ ਪੈਂਦੀ ਹੈ। ਸੈਕਸ਼ਨ 320 ਹੈ ਧਾਰਾ 220 ਹੈ ਜੀ, ਉਹ ਜਿਹੜੀ ਇਹ ਕਹਿੰਦੀ ਹੈ ਕਿ ਵੀਜ਼ਾ ਆਫਿਸਰ ਹੈ ਜਿਹੜਾ ਉਹ ਵੀਜ਼ਾ ਨਾ ਇਸ਼ੂ ਕਰੇ ਜਿਹੜਾ ਵਿਦਆਊਟ ਵਰਕਿੰਗ ਇਨ ਕੈਨੇਡਾ ਕੰਸਟੀਟਿਊਸ਼ਨ ਨਾ ਪੇ ਕਰ ਸਕਦਾ ਹੋਵੇ, ਵਰਕਿੰਗ ਇਨ ਕੈਨੇਡਾ ਆਪਣੇ ਆਪਣੀ ਉਹਦੇ ਚ ਜੇ ਫੀ ਉਹਨਾਂ ਦੀ ਜਮ੍ਹਾਂ ਹੋਈ ਹੈ ਤੇ ਉਹਨਾਂ ਕੋਲ $10,000 ਉਹਨਾਂ ਦੇ ਬੈਂਕ 'ਚ ਹੈਗੇ ਨੇ ਤਾਂ ਕੋਈ ਪ੍ਰੋਬਲਮ ਉਹਨਾਂ ਨੂੰ ਨਹੀਂ ਆਊਗੀ। ਇਹ ਕੋਈ ਮੈਟਰ ਨਹੀਂ ਕਰਦਾ ਕਿ ਉਹ ਫੀ ਕਿਸ ਨੇ ਜਮ੍ਹਾਂ ਕਰਾਈ ਹੈਗੀ ਹੈ। ਇਹ ਮੈਟਰ ਕਰੂਗਾ ਕਿ ਉਹਨਾਂ ਨੂੰ ਮੇਨਟੇਨੈਂਸ ਲਈ $10,000 ਉਹਨਾਂ ਦੇ ਬੈਂਕ 'ਚ ਹੋਣੇ ਚਾਹੀਦੇ ਨੇ। ਉਹ ਆਮ ਤੌਰ ਤੇ ਅੱਜ ਕੱਲ ਜਿਹੜੀ GIC ਹੈ ਉਹ ਦੇਖੀ ਜਾਂਦੀ ਹੈਗੀ ਹੈ। ਤੇ ਤਰਨ ਵਿਦਨ ਕੈਨੇਡਾ ਵੀ ਜੇ ਤੁਸੀਂ ਆਪਣੇ ਸਟੱਡੀ ਪਰਮਿਟ ਨੂੰ ਐਕਸਟੈਂਡ ਕਰ ਰਹੇ ਹੋ ਤਾਂ ਵੀ ਇਹ ਕੰਡੀਸ਼ਨ ਜਿਹੜੀਆਂ ਨੇ ਬਹੁਤ ਜ਼ਿਆਦਾ ਜ਼ਰੂਰੀ ਨੇ। ਜਿੱਥੇ ਤੁਸੀਂ ਫੀ ਭਰੀ ਹੋਣੀ ਚਾਹੀਦੀ ਹੈ ਤੇ ਤੁਹਾਨੂੰ ਆਪਣੇ ਆਪ ਨੂੰ ਬਿਨਾਂ ਕੰਮ ਕਰੇ ਮੇਨਟੇਨ ਕਰਨ ਦੇ ਪੈਸੇ ਵੀ ਹੋਣੇ ਚਾਹੀਦੇ ਨੇ। ਪਿਛਲੇ ਸਮੇਂ 'ਚ ਬਹੁਤ ਸਾਰੇ ਇਹੋ ਜਿਹੇ ਕੇਸਿਸ ਦੇਖੇ ਆ ਜਿੱਥੇ ਤੁਹਾਡੇ ਕੋਲ ਬੈਂਕ 'ਚ ਪੈਸੇ ਨਹੀਂ ਹੁੰਦੇ, ਤੁਸੀਂ ਕਰਾਈ ਹੈ ਜੀ ਬਿਲਕੁਲ। ਤੇ ਸਰ ਇੱਕ ਲਾਸਟ ਕੁਐਸਚਨ ਸੀ ਕਿ ਉਹਨਾਂ ਦੀ ਮਿਸਿਸ ਦਾ ਆਪਰੇਸ਼ਨ ਹੋਇਆ ਸੀ, ਉਹ ਸੰਭਾਲਣ ਦੇ ਲਈ ਆਪਣੀ ਡਾਟਰ ਇਨ ਲਾਅ ਨੂੰ ਬੁਲਾਉਣ ਦੇ ਬਾਰੇ ਸੋਚ ਰਹੇ ਨੇ। ਬਿਲਕੁਲ, ਇਹ ਬਹੁਤ ਕੰਪੈਸ਼ਨੇਟ ਇਸ਼ੂ ਹੈ ਪਰ ਇਹ ਪ੍ਰੋਵਾਈਡ ਕਰਨੀ ਚਾਹੀਦੀ ਹੈ ਕਿ ਉਹਨਾਂ ਨੇ ਕਿਵੇਂ ਕਰਨਾ ਹੈ ਕੋਈ ਦੇਖਭਾਲ ਨਹੀਂ ਕਿ ਇੱਕ ਨਰਸ ਹੈ ਜਾਂ ਨਹੀਂ ਹੈ, ਇਸ ਤੋਂ
ਤੇ ਤਾਂ ਨਹੀਂ ਬੋਝ ਪੈਂਦਾ ਉਸ ਗੱਲ ਨਾਲ ਤੇ ਕਿਉਂ ਉਸ ਇੰਡੀਵਿਜੂਅਲ ਨੂੰ ਇਸ ਇੰਡੀਵਿਜੂਅਲ ਵੱਲੋਂ ਮਦਦ ਦੀ ਰਿਕੁਆਇਰਮੈਂਟ ਹੈ, ਕੋਈ ਆਲਟਰਨੇਟਿਵ ਨਹੀਂ ਹੈਗਾ। ਇਹ ਸਾਰੀਆਂ ਚੀਜ਼ਾਂ ਉਹ ਪੂਰੀਆਂ ਕਰਦੇ ਨੇ, ਜਿਹਨੂੰ ਬਿਲਕੁਲ ਕੰਪੈਸ਼ਨ ਦੇ ਨਾਲ ਦੇਖਦੇ ਲੋਕਾਂ ਦੇ ਸ਼ਾਮਿਲ ਸਕਦਾ, ਪਰ ਇਹਨਾਂ ਨੇ ਇਹ ਸਾਰੀਆਂ ਚੀਜ਼ਾਂ ਆਪਣੇ ਹੋਗੀਆਂ ਨੇ ਉਹ ਪੂਰੀਆਂ ਕਰਨੀਆਂ ਤਾਂ ਹੀ ਇਹ ਕੇਸ ਸਫਲ ਹੋ ਸਕੂਗਾ। ਜਿਸ ਨੂੰ ਕਿ ਕਿਤੇ ਜਾਂਦੇ ਕਿ ਉਹਦਾ ਆਪਰੇਸ਼ਨ ਹੋਇਆ ਹੈ ਤੇ ਉਹਦੀ ਸੰਭਾਲ ਲਈ ਜਾਏਗੀ। ਜੀ ਬਿਲਕੁਲ ਬਿਲਕੁਲ ਸਰ, ਤੇ ਅਸੀਂ ਗੱਲਬਾਤ ਕਰ ਰਹੇ ਸੀ ਕੁਝ ਅਹਿਮ ਤੱਥਾਂ ਤੇ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ। ਜਿਹੜਾ US ਬਾਰਡਰ ਹੈ ਉਹ ਕੌਣ ਕੌਣ ਹੁਣ ਕ੍ਰਾਸ ਕਰ ਸਕਦਾ, ਕੌਣ ਹਜੇ ਵੀ ਜਿਹੜਾ ਉਹਦੇ ਲਈ ਐਲੀਜੀਬਲ ਨਹੀਂ ਹੈਗਾ? ਜਿਹੜੇ ਜਨਰਲੀ ਲੋਕ ਰਿਕ੍ਰੀਏਸ਼ਨਲ ਲਈ ਜਾਂ ਸਪੈਸ਼ਲੀ ਪਰਪਸ ਲਈ ਆਉਂਦੇ ਸੀ ਉਹ ਹਾਲੇ ਵੀ ਲੋਕ ਨਹੀਂ ਆ ਪਾਉਣਗੇ। ਜਿਹੜੇ ਦਿੱਤੀ ਗਈ ਹੈ ਕਰਨ ਉਹ ਹੈਗੀ ਹੈ ਕਿ ਜੇ ਪੈਰੈਂਟ ਹੈ, ਗ੍ਰੈਂਡ ਪੈਰੈਂਟ ਹੈ ਜਾਂ ਕੋਈ ਬੱਚਾ ਹੈਗਾ ਜਾਂ ਗਾਰਡੀਅਨ ਹੈਗਾ, ਉਹ ਜਿਹੜੇ ਨॉन ਸਪੈਸ਼ਲੀ ਪਰਪਸ ਲਈ ਵੀ ਕੈਨੇਡਾ ਆ ਸਕਣਗੇ। ਪਰ ਬਹੁਤ ਵੱਡੀ ਰਾਹਤ ਹੈਗੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਕਿ ਅਸੈਂਸ਼ੀਅਲ ਸਰਵਿਸਿਜ਼ ਕੰਮ ਨਹੀਂ ਕਰਦੇ ਸੀ ਤੇ ਫੈਮਿਲੀ ਰੀਯੂਨੀਫਿਕੇਸ਼ਨ ਦੀ ਉਹਨਾਂ ਦਾ ਹੋਣਾ। ਮੰਨ ਲਓ ਕੋਈ ਸਿਵਲਿਅਨ ਸਿਟੀਜ਼ਨ ਬੱਚਾ ਹੈਗਾ ਤਾਂ ਉਹਦਾ ਗਾਰਡੀਅਨ ਯੂਨਾਈਟਿਡ ਸਟੇਟਸ ਹੈਗਾ, ਤੇ ਬੱਚਾ ਪਹਿਲਾਂ ਤਾਂ ਵਿਚਾਰਾ ਆ ਨਹੀਂ ਸਕਦਾ, ਗਾਰਡੀਅਨ ਦਾ ਹੁਣ ਸਿਟੀਜ਼ਨ ਜੇ ਆ ਵੀ ਜਾਊਗਾ ਉਹਨੂੰ ਤਾਂ ਰਾਈਟ ਟੂ ਐਂਟਰ ਕੈਨੇਡਾ ਹੈਗਾ, ਉਹ ਇਕੱਲਾ ਆ ਕੇ ਰਹੂਗਾ ਕਿਵੇਂ। ਸਿਮਿਲਰਲੀ ਕੋਈ ਪੈਰੈਂਟਸ ਹੈਗੇ ਨੇ, ਗ੍ਰੈਂਡ ਪੈਰੈਂਟਸ ਨੇ ਤੇ ਉਹਨਾਂ ਦੇ ਬੱਚੇ ਕੈਨੇਡਾ ਦੇ ਵਿੱਚ ਹੈਗੇ ਨੇ ਤੇ ਉਹ ਉਹਨਾਂ ਕੋਲੇ ਆਉਣਾ ਚਾਹੁੰਦੇ ਨੇ ਤਾਂ ਫੈਮਿਲੀ ਰੀਯੂਨੀਫਿਕੇਸ਼ਨ ਕਰਕੇ ਇਹਨਾਂ ਚੀਜ਼ਾਂ ਤੋਂ ਛੋਟ ਪਿਛਲੇ 2 ਹਫ਼ਤੇ ਪਹਿਲਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਜਿਹੜੇ ਸਿਚੁਏਸ਼ਨ ਉਹਨਾਂ ਦੀ ਲਿਸਟ ਬਣਾਈ, ਉਹਦੇ ਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹਨਾਂ ਲੋਕਾਂ ਨੂੰ ਆਉਣ ਨਹੀਂ ਦੇਣਾ, ਚਾਹੇ ਉਹ ਜਿਹੜਾ ਆਰਡਰ ਇਨ ਕਾਉਂਸਲ ਦਾ ਆਰਡਰ ਹੈਗਾ ਕੀਤਾ ਗਿਆ ਸੀ ਉਸ ਤੋਂ ਬਾਅਦ ਇਹ ਜਿਹੜੀ ਉਸ ਆਰਡਰ ਦੇ ਖਿਲਾਫ ਚੱਲ ਜਾ ਜਿਹੜਾ ਗਵਰਨਰ ਜਨਰਲ ਦਾ ਆਰਡਰ ਹੈਗਾ ਉਹ ਟੀਮ ਆਰਡਰ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸਿਚੁਏਸ਼ਨ ਬਣਾ ਦਿੱਤੀ। ਬਾਅਦ ਇਹ ਜਿਹੜਾ ਇਹ ਜਿਹੜੀ ਅੱਜ ਤੋਂ ਲਾਗੂ ਹੈ ਪੈਰੈਂਟ, ਗ੍ਰੈਂਡ ਪੈਰੈਂਟ, ਬੱਚੇ ਜਾਂ ਗਾਰਡੀਅਨ ਜਿਹੜੇ ਹੈਗੇ ਨੇ ਨॉन ਅਸੈਂਸ਼ੀਅਲ ਤਾਂ ਵੀ ਜਦੋਂ ਇਹ ਵੀ ਗੱਲ ਆਪਾਂ ਨੂੰ ਸਮਝ ਲੈਣੀ ਚਾਹੀਦੀ ਹੈ ਇਹ ਐਗਜ਼ੈਂਪਸ਼ਨ ਦਿੱਤੀ ਹੈ ਸਰਕਾਰ ਦੀ ਜੀ ਸਰ, ਜਿਵੇਂ ਕੈਨੇਡਾ US ਬਾਰਡਰ ਤਾਂ ਖੁੱਲ ਜੂਗਾ, ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਜਿਹੜੀਆਂ ਹੁਣ ਇੰਟਰਨੈਸ਼ਨਲ ਫਲਾਈਟਸ ਵੀ ਜਲਦੀ ਹੀ ਚੱਲ ਜਾਣਗੀਆਂ ਕਿਉਂਕਿ ਬਾਰਡਰਸ ਹੌਲੀ ਹੌਲੀ ਖੁੱਲ੍ਹਣੇ ਸ਼ੁਰੂ ਹੋ ਚੁੱਕੇ ਨੇ? ਬਿਲਕੁਲ ਤਰਨ, ਪਰ ਜਿਹੜਾ ਕੁਆਰੰਟੀਨ ਦੀ ਕੰਡੀਸ਼ਨ ਤੇ ਇਹਦੇ ਉੱਤੇ ਜਿਹੜੀ ਛੋਟ ਹੈ ਉਹ ਨਹੀਂ ਦਿੱਤੀ ਗਈ ਹੈਗੀ ਹੈ। ਤੇ ਦੂਜਾ ਜਿਹੜਾ ਆਰਡਰ ਇਨ ਕਾਉਂਸਲ ਹੈਗਾ ਟਰੈਵਲ ਰਿਸਟ੍ਰਿਕਸ਼ਨ ਲਈ ਇਹ ਵੀ ਖਤਮ ਹੋ ਰਿਹਾ ਹੈਗਾ। ਜੇ ਇਹ ਨਹੀਂ ਵਧਾਇਆ ਜਾਂਦਾ ਤਾਂ ਜਿਹੜੀਆਂ ਆਪਾਂ ਟਰੈਵਲ ਰਿਸਟ੍ਰਿਕਸ਼ਨ ਦੀ ਗੱਲ ਕਰਦੇ ਹਾਂ ਕਿ ਕੌਣ ਲੋਕ ਆ ਸਕਦੇ ਨੇ ਕੌਣ ਆ ਸਕਦੇ, ਇਹ ਸਿਰਫ ਤੱਕ ਨੇ ਜਿਹੜੇ 30 ਜੂਨ ਤੱਕ ਲੱਗੂ। ਜੇ ਤੱਕ ਜੂਨ ਤੋਂ ਬਾਅਦ ਇਹ ਨਵਾਂ ਆਰਡਰ ਇਨ ਕਾਉਂਸਲ ਇਸ਼ੂ ਕਰਕੇ ਇਹਨੂੰ ਵਧਾ ਦਿੱਤਾ ਜਾਂਦਾ ਤਾਂ ਫਿਰ ਇਹ ਸਾਰਾ ਕੁਝ ਲਾਗੂ ਮੰਨਿਆ ਜਾਊਗਾ। ਪਰ ਜੇ 30 ਜੂਨ ਨੂੰ ਇਹ ਆਰਡਰ ਖਤਮ ਹੋ ਜਾਂਦਾ ਹੈ ਫਿਰ ਕੋਈ ਵੀ ਕੈਨੇਡਾ ਐਂਟਰ ਕਰ ਸਕਦਾ। ਉਹਦੇ ਤੋਂ ਇਹ ਲੱਗਦਾ ਕਿ ਜੇ ਆਰਡਰ ਖਤਮ ਹੋ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਟਰੈਵਲ ਰਿਸਟ੍ਰਿਕਸ਼ਨ ਕਰਕੇ ਹੀ ਲੋਕ ਨਹੀਂ ਆ ਰਹੇ, 에ਅਰਲਾਈਨਸ ਦੀ ਜੋ ਆਰਡਰ ਨਹੀਂ ਹੁੰਦਾ। ਪਰ ਜਿਹੜੇ ਤਰੀਕੇ ਨਾਲ ਆਪਾਂ ਦੇਖਦੇ ਹਾਂ ਕਿ ਹੋ ਜਾਣੀ ਹੈ ਉਹ ਲੱਗਦਾ ਹੈ ਕਿ ਇਹ ਜਿਹੜਾ ਆਰਡਰ ਹੈ ਸ਼ਾਇਦ ਇਹ ਨਹੀਂ ਕਰਾਇਆ ਜਾਊਗਾ। ਜਿਹਦਾ ਇੱਕ ਇਸ਼ਾਰਾ ਮਿਲ ਸਕਦਾ ਆਪਾਂ ਨੂੰ ਜੇ US ਬਾਰਡਰ ਖੁੱਲ ਜਾਂਦਾ ਤਾਂ ਸ਼ਾਇਦ ਇਹ ਜਿਹੜਾ ਆਰਡਰ ਹੈ 30 ਜੂਨ ਤੋਂ ਅੱਗੇ। ਜੀ ਸਰ, ਮੈਂ ਤੁਹਾਨੂੰ ਪ੍ਰਸ਼ਨ ਇਹ ਇਸ ਲਈ ਪੁੱਛਿਆ ਕਿਉਂਕਿ ਇਹ ਇੱਦਾਂ ਹੈ ਕਿ ਬਹੁਤ ਸਾਰੇ ਦਰਸ਼ਕ ਇੱਥੇ ਵੀ ਇਸ ਟਾਈਮ ਸਾਨੂੰ ਕਮੈਂਟਸ ਕਰ ਰਹੇ ਨੇ ਤੇ ਕਿਉਂਕਿ ਜਿਨ੍ਹਾਂ ਕੋਲ ਤਾਂ ਕੈਨੇਡੀਅਨ ਐਕਸਪੀਰੀਅੰਸ ਹੈਗਾ, ਹਜੇ ਜਿਹੜੇ 330 331 ਦੀ ਲਾਈਨ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਇਹ ਵੇਟ ਕਰ ਰਿਹਾ ਕਿ ਜੇ 에ਅਰਲਾਈਨਸ ਨਾ ਖੁੱਲਣ ਹਜੇ ਜਿਹੜੀਆਂ ਫੋਰਨ ਸਕਿਲਡ ਵਰਕਰਸ ਨੇ ਉਹ ਛੇਤੀ ਨਹੀਂ ਆਉਣਗੇ, PR ਦੀਆਂ ਫਾਈਲਸ ਉਹਨਾਂ ਦੀਆਂ ਸ਼ਾਇਦ ਪੁਆਇੰਟਸ ਨੀਚੇ ਘਟ ਜਾਣਗੇ। ਸੋ ਇਸ ਲਈ ਬਹੁਤਿਆਂ ਦਾ ਕੰਸਰਨ ਇਹ ਹੈਗਾ ਕਿ ਕੀ ਇਸ ਮੰਥ ਦੇ ਵਿੱਚ ਹੋਰ ਪੁਆਇੰਟਸ ਨੀਚੇ ਜਾਣ ਦੀ ਸੰਭਾਵਨਾ ਹੈਗੀ ਆ ਜਾਂ ਨਹੀਂ ਹੈਗੀ? ਇਹ ਸਾਰਾ ਕੁਝ 30 ਤਰੀਕ ਦੇ ਨੇੜੇ ਤੇੜੇ ਜਾ ਲੱਗਣਾ ਹੈਗਾ। ਜੇ 30 ਤਰੀਕ ਤੱਕ ਰਿਸਟ੍ਰਿਕਸ਼ਨਸ ਖੁੱਲ ਗਈਆਂ ਤੇ ਫਿਰ ਸ਼ਾਇਦ ਨਹੀਂ ਹੋਊਗਾ। ਜਿਵੇਂ ਆਪਾਂ ਨੂੰ ਇਹ ਇਸ਼ਾਰਾ ਅੱਜ ਤੋਂ ਵੀ ਮਿਲਦਾ ਹੈ ਕਿ ਜਿੱਥੇ ਜਿਹੜੀਆਂ ਸੁਪਰ ਵੀਜ਼ਾ ਤੇ ਵੀਜ਼ਾ ਲਈ ਅਰਜ਼ੀਆਂ ਖੋਲੀਆਂ ਜਾ ਰਹੀਆਂ ਨੇ ਇਹ ਉਸ ਗੱਲ ਨੂੰ ਇਸ਼ਾਰਾ ਕਰਦਾ ਹੈ ਕਿ ਉਸ ਤੋਂ ਬਾਅਦ ਇਹ ਰਿਸਟ੍ਰਿਕਸ਼ਨਸ ਨਹੀਂ ਹੋਣਗੀਆਂ। ਵਿਜ਼ਟਰ ਵੀਜ਼ਾ ਦੇਣ ਦਾ ਫਾਇਦਾ ਕੀ ਜੇ ਲੋਕ ਆ ਹੀ ਨਹੀਂ ਸਕਣਗੇ। ਇਹ ਉਸ ਗੱਲ ਵੱਲ ਨੂੰ ਇਸ਼ਾਰਾ ਕਿ ਸ਼ਾਇਦ ਇਹ ਜਿਹੜਾ ਆਰਡਰ ਇਨ ਕਾਉਂਸਲ ਹੈਗਾ ਜੀ ਜਿਹੜੇ ਕੈਨੇਡਾ ਤੋਂ ਬਾਹਰ ਜਿਹੜੇ ਇਸ ਟਾਈਮ ਸਟੂਡੈਂਟਸ ਬੈਠੇ ਨੇ ਵੇਟ ਕਰ ਰਹੇ ਨੇ ਉਹਨਾਂ ਲਈ ਕੋਈ ਨਵੀਂ ਅਪਡੇਸ਼ਨ ਹੈ ਸਰ? ਸਟੂਡੈਂਟਸ ਲਈ ਤਰਨ ਜਿਹੜਾ ਹੈਗਾ
ਉਹ ਹੈ ਕਿ ਜਿਹੜੇ 18 ਤਰੀਕ ਤੋਂ ਪਹਿਲਾਂ 18 ਮਾਰਚ ਤੋਂ ਪਹਿਲਾਂ ਜਿਹਨਾਂ ਨੂੰ ਵੀਜ਼ਾ ਮਿਲਿਆ ਹੈਗਾ ਉਹ ਇਸ ਵੇਲੇ ਕਈ 에ਅਰਲਾਈਨਸ ਉਹਨਾਂ ਨੂੰ ਨਹੀਂ ਲੈ ਕੇ ਆ ਰਹੀਆਂ, ਚਾਹੇ ਉਹ ਟਰੈਵਲ ਦੇ ਥੱਲੇ ਨਹੀਂ ਹੈਗਾ। ਉਹਦੇ ਕਾਫੀ ਕਾਰਨ ਹੈਗੇ ਨੇ। ਸਭ ਤੋਂ ਵੱਡਾ ਕਾਰਨ ਤਾਂ ਇਹ ਹੈਗਾ ਕਿ ਜਿਹੜਾ ਜੇ ਸਕੂਲ ਹੀ ਨਹੀਂ ਖੁੱਲ੍ਹਾ ਹੈਗਾ ਤਾਂ ਸਟੂਡੈਂਟ ਦੀ ਇੱਥੇ ਜ਼ਰੂਰਤ ਕੀ ਹੈ। ਤੇ ਆਨਲਾਈਨ ਕਲਾਸਿਸ ਜਿਹੜੀਆਂ ਚਾਲੂ ਹੈਗੀਆਂ ਨੇ, ਉਹ ਆਨਲਾਈਨ ਕਲਾਸਿਸ ਚਾਲੂ ਹੋਣ ਕਰਕੇ ਜਿਹੜੀਆਂ ਉਹਨਾਂ ਲੋਕਾਂ ਦੀ ਇੱਥੇ ਜ਼ਰੂਰਤ ਇਹ ਪ੍ਰੋਸੈਸ ਕਿਵੇਂ ਵਰਕ ਕਰਦਾ ਕਿ ਜਿਹੜਾ 에ਅਰਲਾਈਨ ਹੈ ਉਹਦੇ ਤੇ ਆਬਲੀਗੇਸ਼ਨ ਹੈ ਕਿ ਜਿਹੜੇ ਬੰਦੇ ਨੂੰ ਇਜਾਜ਼ਤ ਹੈ ਉਹਨੂੰ ਲੈ ਕੇ ਆਉਣ, ਜੇ ਉਹਨੂੰ ਨਹੀਂ ਲੈ ਕੇ ਆਉਂਦੇ ਕਿਸੇ ਹੋਰ ਨੂੰ ਲੈ ਆਉਂਦੇ ਨੇ $25,000 ਤੱਕ ਦਾ ਜਿਹੜਾ 에ਅਰਲਾਈਨ ਨੂੰ ਜੁਰਮਾਨਾ ਹੋ ਸਕਦਾ ਹੈਗਾ ਜੀ। ਉਹਦੇ ਲਈ ਹਰੇਕ ਜਿਹੜਾ ਵੀਜ਼ਾ ਪੋਸਟ ਹੈ ਕੈਨੇਡਾ ਦੀ ਐਮਬੈਸੀ ਹੈਗੀ ਹੈ ਕੈਨੇਡਾ ਤੋਂ ਬਾਹਰ, ਉਹਦੇ ਉੱਤੇ ਇੱਕ CDSA ਲੀਅਜ਼ਨ ਆਫਿਸਰ ਹੁੰਦਾ ਹੈਗਾ। ਉਹ ਲੀਅਜ਼ਨ ਆਫਿਸਰ ਦਾ ਜੇ ਕੋਈ 에ਅਰਲਾਈਨ ਨੂੰ ਉਹਦੇ ਕੰਸਰਨ ਹੁੰਦਾ ਕਿ ਇਹ ਬੰਦੇ ਨੂੰ ਲੈ ਕੇ ਜਾਣਾ ਜਾਂ ਨਹੀਂ ਲੈ ਕੇ ਜਾਣਾ, ਉਹ ਆਫਿਸਰ ਨਾਲ ਕੰਟੈਕਟ ਕਰਦੇ ਨੇ। ਉਹ ਆਫਿਸਰ ਇਜਾਜ਼ਤ ਦਿੰਦਾ ਕਿ ਇਹਨੂੰ ਆਉਣ ਦਿੱਤਾ ਜਾਵੇ ਨਾ। ਸੋ ਖਹਿਰਾ ਸਾਹਿਬ, ਇਸ ਵਕਤ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਜਾਣ ਤੋਂ ਪਹਿਲਾਂ ਕਾਫੀ ਦਰਸ਼ਕ ਇਸ ਵਕਤ ਤੁਹਾਡੇ ਨਾਲ ਗੱਲ ਵੀ ਕਰਨਾ ਚਾਹੁੰਦੇ ਸੀ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਤਰਨ, ਜਿਵੇਂ ਮੈਂ ਆਲਵੇਜ਼ ਦੱਸਦਾ ਹੈਗਾ ਜੀ ਕਿ ਜਿਹੜਾ ਇਮੀਗ੍ਰੇਸ਼ਨ ਹੈ ਕਾਨੂੰਨ ਹੈਗਾ ਜੀ। ਸੋ ਆਲਵੇਜ਼ ਜਦੋਂ ਵੀ ਤੁਸੀਂ ਕੋਈ ਕਾਨੂੰਨੀ ਮਾਮਲਾ ਹੈ ਤਾਂ ਆਲਵੇਜ਼ ਕਾਨੂੰਨ ਦੇ ਜਾਣਕਾਰ ਤੋਂ ਹੀ ਸਲਾਹ ਲਓ ਜੀ। ਆਪਣੇ ਫਰੈਂਡਸ, ਰਿਲੇਟਿਵ ਜਾਂ ਦੋਸਤ ਮਿੱਤਰਾਂ ਤੋਂ ਸਲਾਹ ਲੈਣ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਇਹ ਹਾਈਲੀ ਕੰਪਲਿਕੇਟਡ ਲੀਗਲ ਮੈਟਰਸ ਹੁੰਦੇ ਨੇ ਜੀ ਇਹ। ਤੇ ਇਹਦੇ 'ਚ ਜੇ ਤੁਹਾਨੂੰ ਕਾਨੂੰਨ ਦੀ ਪੂਰੀ ਸਹੀ ਜਾਣਕਾਰੀ ਹੈ ਤਾਂ ਹੀ ਤੁਸੀਂ ਉਹ ਮਾਮਲੇ ਦੇ ਹੱਲ ਵੱਲ ਨੂੰ ਜਾ ਸਕਦੇ ਹੋ। ਇਹਦੇ ਲਈ ਸਾਨੂੰ ਵੀ ਕਾਲ ਕਰ ਸਕਦੇ ਹੋ ਜੀ। ਨੰਬਰ ਸਕਰੀਨ ਤੇ ਤਿੰਨੇ ਆਫਿਸਿਸ ਦੇ ਆ ਰਹੇ ਨੇ ਤੇ ਤਿੰਨੇ ਆਫਿਸਿਸ ਇਸ ਵੇਲੇ ਮੰਡੇ ਟੂ ਫਰਾਈਡੇ 11 ਵਜੇ ਤੋਂ ਲੈ ਕੇ 5 ਵਜੇ ਤੱਕ ਅਵੇਲੇਬਲ ਹੈਗੇ ਜੀ। ਬਿਲਕੁਲ ਸਰ, ਥੈਂਕ ਯੂ ਸੋ ਮਚ। ਤੁਸੀਂ ਹਮੇਸ਼ਾ ਪ੍ਰੋਗਰਾਮ 'ਚ ਜੁੜਦੇ ਹੋ ਤੇ ਤੁਹਾਡੀ ਹਮੇਸ਼ਾ ਵੇਟ ਰਹਿੰਦੀ ਹੈ। ਦਰਸ਼ਕਾਂ ਨੂੰ ਵੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਜੀ ਸੋ ਦੋਸਤੋ, ਇਹ ਸਨ ਗੁਰਪ੍ਰੀਤ ਖਹਿਰਾ ਜੀ ਜਿਨ੍ਹਾਂ ਨੇ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ। ਜੇਕਰ ਤੁਸੀਂ ਉਹਨਾਂ ਤੋਂ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ, ਪ੍ਰੋਸੈਸ ਦੇ ਬਾਰੇ ਵਿੱਚ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ, ਉਹਨਾਂ ਦੇ ਤਿੰਨੇ ਦਫ਼ਤਰਾਂ ਦੇ ਨੰਬਰ ਅਸੀਂ ਤੁਹਾਨੂੰ ਨਾਲ ਦਿੱਤੇ ਨੇ। ਪ੍ਰੋਗਰਾਮ ਦੇ ਵਿੱਚ ਕੋਈ ਵੀ ਜਾਣਕਾਰੀ ਤੁਹਾਡੇ ਤੋਂ ਮਿਸ ਹੋ ਗਈ ਹੈ, ਤੁਸੀਂ ਪ੍ਰੋਗਰਾਮ ਨੂੰ ਫੇਸਬੁੱਕ ਜਾਂ ਫਿਰ YouTube ਤੇ ਸਕਰੋਲ ਬੈਕ ਕਰਕੇ ਦੇਖ ਲਿਓ, ਸਾਰੀ ਜਾਣਕਾਰੀ ਉੱਥੇ ਤੁਹਾਨੂੰ ਮਿਲ ਜਾਏਗੀ। ਜਿਨ੍ਹਾਂ ਦੀਆਂ ਕਾਲਸ ਹੁਣ ਨਹੀਂ ਲੈ ਪਾਏ, ਅਸੀਂ ਤੁਹਾਨੂੰ ਦੱਸ ਦਈਏ ਕਿ ਕੱਲ ਨੂੰ ਸੇਮ ਟਾਈਮ 3 ਤੋਂ ਲੈ ਕੇ 4 ਵਜੇ ਤੱਕ ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਦੁਬਾਰਾ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਦੇ ਵਿੱਚ। ਸੋ ਜੇਕਰ ਅੱਜ ਤੁਹਾਡੀ ਕਾਲ ਨਹੀਂ ਮਿਲੀ ਹੈਗੀ, ਤੁਸੀਂ ਕੱਲ ਨੂੰ ਕਾਲ ਕਰ ਸਕਦੇ ਹੋ 3 ਤੋਂ ਲੈ ਕੇ 4 ਵਜੇ ਤੱਕ ਟੋਰਾਂਟੋ ਸਮੇਂ ਦੇ ਮੁਤਾਬਿਕ। ਕਈ ਵਾਰੀ ਕੀ ਹੁੰਦਾ, ਦਰਸ਼ਕ ਸਾਨੂੰ ਬਿਲਕੁਲ ਲਾਸਟ ਵਿੱਚ ਕਾਲ ਕਰਦੇ ਨੇ ਜਦੋਂ ਕਿ ਇਜਾਜ਼ਤ ਲੈਣ ਦਾ ਸਮਾਂ ਹੁੰਦਾ ਆ। ਸੋ ਕੋਸ਼ਿਸ਼ ਕਰਿਓ ਕਿ 3 ਤੋਂ 4 ਵਜੇ ਦੇ ਵਿੱਚ ਤੁਸੀਂ ਕਾਲ ਕਰੋ ਪ੍ਰੋਗਰਾਮ ਦੀ ਸਟਾਰਟਿੰਗ ਦੇ ਵਿੱਚ, ਤਾਂ ਕਿ ਤੁਹਾਡੀ ਕਾਲ ਮਿਸ ਨਾ ਹੋਵੇ। ਸੋ ਉਮੀਦ ਕਰਦੇ ਹਾਂ ਜੀ ਜਿੰਨੀ ਜਾਣਕਾਰੀ ਤੁਹਾਨੂੰ ਚਾਹੀਦੀ ਸੀ ਉਨੀ ਜਾਣਕਾਰੀ ਤੁਹਾਨੂੰ ਦਿੱਤੀ ਗਈ ਆ। ਬਾਕੀ ਦੀ ਜਿਹੜੀ ਜਾਣਕਾਰੀ ਰਹਿ ਗਈ ਉਹ ਅਸੀਂ ਕੱਲ ਨੂੰ ਡਿਸਕਸ ਕਰਾਂਗੇ। ਟਰੱਕ ਡਰਾਈਵਰਸ ਦੇ ਬਾਰੇ ਵਿੱਚ, LMIA ਦੇ ਬਾਰੇ ਵਿੱਚ, ਤੇ ਜਿਹੜੇ ਇਸ ਵਕਤ ਵਿਦੇਸ਼ਾਂ ਵਿੱਚ ਫਸੇ ਹੋਏ ਨੇ, ਵਾਪਸ ਇਸ ਵਕਤ ਵਰਕ ਪਰਮਿਟ ਹੋਲਡਰਸ ਤੇ ਇੰਟਰਨੈਸ਼ਨਲ ਸਟੂਡੈਂਟਸ ਆਉਣਾ ਚਾਹੁੰਦੇ ਨੇ, ਸੋ ਉਹਨਾਂ ਦੀ ਜਾਣਕਾਰੀ ਲੈ ਕੇ ਕੱਲ ਨੂੰ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਦਿਓ ਇਜਾਜ਼ਤ, 6 ਤੋਂ 7 ਲੈ ਕੇ ਹਾਜ਼ਰ ਹੋਵਾਂਗੇ ਨਿਊਜ਼ ਐਂਡ ਵਿਊਜ਼। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।